हालेलुया। प्रभु की प्रेजेंस ਦੇ ਵਿੱਚ ਫਿਰ ਤੁਹਾਡਾ ਸਵਾਗਤ ਹੈ। ਅਸੀਂ ਪਰਮੇਸ਼ਰ ਦੇ ਵਚਨ ਨੂੰ ਸ਼ੁਰੂ ਕਰਨ ਵਾਸਤੇ ਜਾ ਰਹੇ ਹਾਂ। ਸਭ ਆਰਾਮ ਦੇ ਨਾਲ ਖੁਦਾ ਦੀ ਬਾਣੀ ਨੂੰ ਸੁਣਾਂਗੇ। ਸਭ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਮੇਰੇ ਜੀ ਸਤਿ ਪ੍ਰਭੂ ਦਾ ਵਚਨ ਵੇਖਣ ਜਾ ਰਹੇ ਸੀ, ਆਪਾਂ ਪਰਮੇਸ਼ਰ ਦੇ ਵਚਨ ਨੂੰ ਪੜਾਂਗੇ। ਇਹ ਜਗ੍ਹਾ ਤੇ ਜਦ ਅਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ, ਅੱਜ ਮੇਰਾ ਟਾਈਟਲ ਆ ਅੱਗ ਦੀ ਬਲਦੀ ਹੋਈ ਭੱਠੀ। ਔਰ ਬਾਈਬਲ ਦੇ ਵਿੱਚ ਲਿਖਿਆ ਜੀ ਸਾਥੀਓ, ਅੱਜ ਬੜਾ ਸਪੈਸ਼ਲ ਮੈਸੇਜ ਤੁਸੀਂ ਸੁਣਨ ਵਾਸਤੇ ਜਾ ਰਿਹਾ। ਅੱਜ ਦਾ ਬਹੁਤ ਹੀ ਸਪੈਸ਼ਲ ਆ, ਕਿਉਂਕਿ ਜੋ ਪਵਿੱਤਰ ਆਤਮਾ ਨੇ ਮੇਰੇ ਮਨ ਵਿੱਚ ਪਾਇਆ। ਇੱਕ ਦਿਨ ਤੋਂ ਪਹਿਲੇ ਜੇ ਮੈਂ ਡੈਨੀਅਲ ਫਸਟ ਅਧਿਆਇ ਪੜ੍ਹਾਇਆ ਸੀ, ਔਰ ਮੈਕ ਦੀ ਇੱਕੋ ਬਹੁਤ ਹੁੰਦਾ ਕਰਕੇ ਬਹੁਤ ਸਾਰੀ ਗੱਲਾਂ ਦੀ ਸਮਝ ਨਹੀਂ ਲੱਗੀ। ਔਰ ਮੈਂ ਦੁਬਾਰਾ ਤੋਂ ਰਿਪੀਟ ਫਿਰ ਕਿਸੇ ਦਿਨ ਕਰਾਂਗਾ, ਹੁਣ ਨਹੀਂ ਕਰਾਂਗਾ, ਫਿਰ ਕਿਸੇ ਦਿਨ ਕਰਾਂਗਾ। ਅੱਜ ਦਾ ਮੇਰਾ ਜੋ ਟਾਈਟਲ ਆ, ਔਰ ਬਾਈਬਲ ਦੇ ਵਿੱਚ ਲਿਖਿਆ ਇਸ ਜਗ੍ਹਾ ਤੇ ਜਦ ਅਸੀਂ ਖੁਦਾ ਦੀ ਬਾਣੀ ਨੂੰ ਪੜ੍ਹਦੇ ਹਾਂ ਕਿ ਅੱਗ ਦੀ ਬਲਦੀ ਹੋਈ ਭੱਠੀ। ਬਾਈਬਲ 'ਚ ਲਿਖਿਆ ਸਦਰਕ ਮਿਸ਼ਕ ਅਬਦਨਗੋ ਜਿਹੜੇ ਦੈਨੀਅਲ ਦੇ ਚੇਲੇ ਸੀ। ਅੱਜ ਮੇਰੇ ਜੀ ਸਾਥੀਓ, ਜੋ ਸਪੈਸ਼ਲ ਅਸੀਂ ਵਚਨ ਦੇਖਣ ਜਾ ਰਹੇ, ਅੱਜ ਦਾ ਵਚਨ ਵਿਸ਼ਵਾਸ ਤੇ ਆ, ਕਿਉਂਕਿ ਉਹਨਾਂ ਤਿੰਨਾਂ ਨੂੰ ਵਿਸ਼ਵਾਸ ਸੀ ਕਿ ਸਾਨੂੰ ਭਰੋਸਾ ਵਾ ਕਿ ਸਾਡਾ ਪਰਮੇਸ਼ਰ ਸਾਨੂੰ ਅੱਗ ਚੋਂ ਵੀ ਬਚਾਉਣ ਦੀ ਸਾਮਰਥ ਰੱਖਦਾ ਵਾ। ਜਿੱਦਾਂ ਇੱਕ ਆਪਾਂ ਭਜਨ ਗਾਉਂਦੇ ਆ, ਅੱਗ ਦੇ ਸਾਗਰ ਬਲਦੀ ਅੱਗ ਚੋਂ ਬਚਾਉਣ ਦੀ ਤਾਕਤ ਰੱਖਦਾ ਹੈ। ਵਗ ਦੇ ਸਾਗਰ। ਔਰ ਮੂਸਾ ਦੇ ਸਮੇਂ ਜਦ ਸਾਗਰਾਂ ਦੇ ਵਿੱਚੋਂ ਦੀ ਪ੍ਰਭੂ ਨੇ ਰਸਤੇ ਨੂੰ ਤਿਆਰ ਕਰ ਦਿੱਤਾ। ਔਰ ਜਦ ਅਸੀਂ ਦੇਖਦੇ ਹਾਂ ਸਦਰਕ ਮਿਸ਼ਕ ਤੇ ਅਬਦਨਗੋ ਜੋ ਤਿੰਨ ਪਰਮੇਸ਼ਵਰ ਦੇ ਦਾਸ ਨੇ, ਜੋ ਡੈਨੀਅਲ ਦੇ ਚੇਲੇ ਸੀ, ਔਰ ਪਰਮੇਸ਼ਵਰ ਨੇ ਉਹਨਾਂ ਨੂੰ ਅੱਗ ਵਿੱਚੋਂ ਬਚਾਉਣ ਦੀ ਸਾਮਰਥ ਰੱਖਦਾ। ਔਰ ਮੇਰੇ ਜੀ ਸਾਥੀਓ, ਅੱਜ ਦਾ ਹੀ ਵਚਨ ਜੋ ਸ਼ੁਰੂ ਕਰਾਂਗੇ, ਔਰ ਬੜਾ ਜ਼ਬਰਦਸਤ ਅੱਜ ਖਾਸ ਜੋ ਪਰਮੇਸ਼ਵਰ ਦਾ ਵਚਨ ਆ, ਅੱਜ ਬੜੀ ਸਪੈਸ਼ਲ ਜੋ ਕਲਾਸ ਮੈਂ ਦੇਖ ਰਿਹਾ ਹਾਂ, ਇਹ ਬੜੀ ਸਪੈਸ਼ਲ ਆ। ਔਰ ਬਹੁਤ ਸਾਰੇ ਜੋ ਮੇਰੇ ਜੀ ਸਾਥੀ ਇਸ ਵਚਨ ਨੂੰ ਸੁਣ ਕੇ ਉਹਨਾਂ ਦੇ ਜੀਵਨ ਦੇ ਵਿੱਚ ਵਿਸ਼ਵਾਸ ਪੈਦਾ ਕਰਕੇ ਵਾਕਿਆ ਹੋਲੀ ਸਪਿਰਿਟ ਉਹ ਪਿਤਾ ਸਾਡਾ ਉਹ ਕਰ ਸਕਦਾ ਜੋ ਅਸੀਂ ਕਦੀ ਸੋਚ ਨਹੀਂ ਸਕਦੇ। ਇੱਕ ਮਿੰਟ ਕੈਮਰਾ ਥੋੜਾ ਸੈੱਟ ਕਰ ਲੈਣ ਦਿਓ। ਹਾਂ, ਓਕੇ। ਇਸ ਜਗ੍ਹਾ ਤੇ ਜਦ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਨ ਵਾਸਤੇ ਜਾ ਰਹੇ ਹਾਂ, ਮੈਂ ਇਸ ਜਗ੍ਹਾ ਤੇ ਵਚਨ ਪੜਾਂਗਾ। ਅੱਜ ਬੜਾ ਸਪੈਸ਼ਲ ਦਿਨ ਆ ਕਿ ਅੱਜ ਦੇ ਦਿਨ ਵਿੱਚ ਜਦ ਅਸੀਂ ਵਚਨ ਸਿੱਖਾਂਗੇ ਕਿ ਰਾਜੇ ਨੇ ਜਦ ਬਾਈਬਲ 'ਚ ਲਿਖਿਆ ਮੂਰਤ ਨੂੰ ਤਿਆਰ ਕੀਤਾ ਵਾ। ਜਦ ਮੈਂ ਪੂਰੀ ਸਟੋਰੀ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ, ਔਰ ਜ਼ਬਰਦਸਤ ਖੁਦਾ ਦਾ ਮਸਾ ਤੁਹਾਡੇ ਜੀਵਨ 'ਚ बढ़ेगा। ਔਰ ਤੁਹਾਨੂੰ ਇੱਕ ਦਲੇਰੀ ਆਏਗੀ ਕਿ ਵਾਕਿਆ ਪਰਮੇਸ਼ਵਰ ਉਹ ਆ ਜੋ ਅੱਗ ਵਿੱਚੋਂ ਵੀ ਬਚਾਉਣ ਦੀ ਸਾਮਰਥ ਰੱਖਦਾ। ਮੇਰੇ ਜੀ ਸਾਥੀਓ, ਕੋਈ ਵੀ ਬਿਮਾਰੀ, ਕੋਈ ਵੀ ਪੈਜ਼ਲ ਆਵੇ, ਕੋਈ ਵੀ ਸਾਡੇ ਤੇ ਆਫਤ ਆਵੇ, ਕੋਈ ਵੀ ਬੇਪੱਤੀ ਸਾਡੇ ਉੱਪਰ ਆ, ਪਰ ਪਰਮੇਸ਼ਵਰ ਦਾ ਵਚਨ ਹਮੇਸ਼ਾ ਸਾਨੂੰ ਬਚਾਉਂਦਾ। ਮੇਰੇ ਜੀ ਸਾਥੀਓ, ਅੱਜ ਬੜਾ ਸਪੈਸ਼ਲ ਜੋ ਮੈਸੇਜ ਆਪਾਂ ਸ਼ੁਰੂ ਕਰਾਂਗੇ। ਸਭ ਆਪਣੀ ਡਾਇਰੀਆਂ ਤੇ ਲਿਖੋ। ਦੈਨੀਅਲ ਉਸ ਦਾ 3 ਅਧਿਆਇ, ਇਹਦੀ ਸਟੋਰੀ ਵਿੱਚ ਅੱਜ ਦੇਖਣਾ ਕਿ ਖੁਦਾ ਨੇ ਸਾਨੂੰ ਕੀ ਸਿਖਾਇਆ, ਅੱਜ ਇਹ ਆਪਣੇ ਦਾਸ ਦੇ ਦੁਆਰਾ ਕੀ ਸਿੱਖਿਆ, ਔਰ ਹੋਲੀ ਸਪਿਰਿਟ ਨੇ ਕੀ ਸਿਖਾਇਆ ਸਾਨੂੰ। ਆਮੀਨ। ਮੈਂ ਸ਼ੁਰੂ ਕਰਾਂਗੇ ਪਰਮੇਸ਼ਵਰ ਦੀ ਬਾਣੀ ਨੂੰ। ਮੈਂ ਜਗ੍ਹਾ ਤੇ ਪੜਾਂਗਾ। ਬਾਈਬਲ ਦੇ ਵਿੱਚ ਲਿਖਿਆ, ਨਬੂਕਦਨੇਸਰ ਰਾਜੇ ਨੇ ਇੱਕ ਸੋਨੇ ਦੀ ਮੂਰਤੀ ਬਣਾਈ ਜਿਸ ਦੀ ਉਚਾਈ 60 ਹੱਥ, ਚੌੜਾਈ 6 ਹੱਥ, ਅਤੇ ਉਸ ਨੂੰ ਦੂਰ ਦੇ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ। ਆਮੀਨ। ਮੇਰੇ ਜੀ ਸਾਥੀਓ, ਬਾਈਬਲ ਦੇ ਵਿੱਚ ਲਿਖਿਆ ਕਿ ਨਬੂਕਦਨੇਸਰ ਰਾਜੇ ਦੀ ਸੋਨੇ ਦੀ ਮੂਰਤੀ ਬਣਾਈ, ਹਾਂ, ਜਿਹਦੀ ਉਚਾਈ ਬਾਈਬਲ 'ਚ ਲਿਖਿਆ 60 ਹੱਥ ਉਹਦੀ ਉਚਾਈ ਸੀ, ਤੇ ਉਹਦੀ ਲੰਬਾਈ, ਉਹਦੀ ਚੜਾਈ 6 ਹੱਥ ਚੜਾਈ ਸੀ,
ਤੇ 60 ਹੱਥ ਲੰਬਾਈ ਸੀ। ਔਰ ਇਹ ਰਾਜਾ ਜਿਹੜਾ ਵਾ ਇਹਦੀ ਮੂਰਤੀ ਬਣਾਤੀ, ਸੋਨੇ ਦੀ ਮੂਰਤੀ ਬਣਾਈ ਹੈ ਬਾਈਬਲ 'ਚ ਲਿਖਿਆ। ਹੁਣ ਇਹ ਜਗ੍ਹਾ ਤੇ ਦੇਖ ਕੇ ਆਪਾਂ, ਮੈਂ ਇੱਕ ਵਾਰ ਤੋਂ ਫਿਰ ਰਿਪੀਟ ਕਰਾਂਗਾ, ਇੱਥੇ ਲਿਖਿਆ ਨਬੂਕਦਨੇਸਰ ਰਾਜਾ ਨੇ ਇੱਕ ਸੋਨੇ ਦੀ ਮੂਰਤੀ ਬਣਵਾਈ ਜਿਹਦੀ ਉਚਾਈ 60 ਹੱਥ ਅਤੇ ਚੌੜਾਈ 6 ਹੱਥ ਸੀ, ਅਤੇ ਉਹਨੂੰ ਦੂਰ ਦੇ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ। ਆਮੀਨ। ਇੱਥੇ ਲਿਖਿਆ ਦੂਰ ਦੇ ਮੈਦਾਨ ਵਿੱਚ, ਦੱਸਿਆ ਕਿ ਬਾਬਲ ਦੇ ਸੂਬੇ, ਕਿਉਂਕਿ ਜਿਹੜਾ ਬਾਬਲ ਸ਼ਹਿਰ ਸੀ ਉਹ ਜਗ੍ਹਾ ਤੇ ਨਬੂਕਦਨੇਸਰ ਰਾਜਾ ਰਹਿੰਦਾ ਸੀ। ਹੁਣ ਮੇਰੇ ਜੀ ਸਾਥੀਓ, ਇਹ ਮੂਰਤ ਜਿਹੜੀ ਖੜੀ ਕੀਤੀ ਹੈ, ਇਹਦੇ ਵਿੱਚ ਇਹ ਸਿੱਖਣ ਜਾ ਰਹੇ ਅੱਜ ਕਿੰਨੇ ਭੈਣ ਭਾਈ ਆ ਜਿਹੜੇ ਮੂਰਤ ਨੂੰ ਮੱਥਾ ਟੇਕਦੇ ਆ, ਪਰ ਅੱਜ ਦੇਖਣਾ ਕਿ ਮੂਰਤ ਨੂੰ ਜਿਹੜੇ ਪ੍ਰਭੂ ਦੇ ਬੰਦਿਆਂ ਨੇ ਇਨਕਾਰ ਕੀਤਾ ਤਾਂ ਉਹਨਾਂ ਨੂੰ ਅੱਗ ਵਿੱਚ ਸੁੱਟਿਆ, ਤਾਂ ਉਸ ਤੋਂ ਬਾਅਦ ਵੇਖੋ ਪਰਮੇਸ਼ਰ ਨੇ ਉਹਨਾਂ ਨੂੰ ਕਿੱਦਾਂ ਅੱਗ ਦੇ ਵਿੱਚੋਂ ਬਚਾਇਆ ਵਾ। ਅੱਜ ਦਾ ਮੇਰਾ ਬੜਾ ਸਪੈਸ਼ਲ ਮੈਸੇਜ ਆ ਕਿ ਜਿਹੜੇ ਲੋਕ ਡਰਦੇ ਆ, ਪ੍ਰੋਬਲਮ ਨੂੰ ਦੇਖ ਕੇ ਡਰਦੇ ਆ, ਅੱਜ ਬਹੁਤ ਸਾਰੇ ਲੋਕ ਸੋਚਦੇ ਆ ਕਿ ਅਸੀਂ ਮੂਰਤਾਂ ਨੂੰ ਮੰਨਦੇ ਆ, ਜੇ ਛੱਡਤਾ ਸਾਡਾ ਕੀ ਕਰਨਗੇ ਮੂਰਤਾਂ। ਮੇਰੇ ਜੀ ਸਾਥੀਓ, ਉਹ ਰੀਅਲ ਖੁਦਾ ਵਾ, ਜੋ ਸੱਚਾ ਪਰਮੇਸ਼ਵਰ ਆ, ਜਿਹਨੇ ਤੁਹਾਨੂੰ ਤੇ ਮੈਨੂੰ ਤਿਆਰ ਕੀਤਾ। ਅਸੀਂ ਸਿਰਫ ਪਰਮੇਸ਼ਵਰ ਨੂੰ ਮੰਨਣਾ ਵਾ। ਜਿਸ ਤਰ੍ਹਾਂ ਡੈਨੀਅਲ, ਸਦਰਕ, ਮੀਸ਼ਕ ਤੇ ਅਬਦਨਗੋ ਦਾ ਵਿਸ਼ਵਾਸ ਸੀ। ਅੱਜ ਆਪਣੇ ਹੱਥ ਖੜੇ ਕਰਕੇ ਬੋਲੋਗੇ, ਪਵਿੱਤਰ ਆਤਮਾ, ਅੱਜ ਦਾ ਜੋ ਮੈਂ ਵਚਨ ਸੁਣਾ, ਮੈਂ 100 ਗੁਣਾ ਫਲ ਲੈ ਕੇ ਆਵਾਂ। ਪਰਮੇਸ਼ਵਰ ਮੇਰੇ ਜੀਵਨ ਦੇ ਵਿੱਚ ਅਜ਼ੀਮ ਰੀਤੀ ਦੇ ਨਾਲ ਕਾਰਿਆ ਕਰੋ ਮੇਰੇ ਪਿਤਾ, ਔਰ ਮੇਰੇ ਜੀਵਨ ਦੇ ਵਿੱਚ ਤੁਹਾਡੀ ਮਰਜ਼ੀ ਪੂਰੇ। ਜਿਸ ਤਰ੍ਹਾਂ ਸਦਰਕ, ਮੀਸ਼ਕ, ਅਬਦਨਗੋ ਨੇ ਘੁਟਨੇ ਨਹੀਂ ਟੇਕੇ ਉਸ ਰਾਜੇ ਦੀ ਮੂਰਤੀ ਦੇ ਅੱਗੇ, ਅੱਜ ਮੈਂ ਘੁਟਨੇ ਨਹੀਂ ਟੇਕਾਂਗਾ, ਮੈਂ ਲੜਾਂਗਾ, ਫਾਈਟ ਕਰਾਂਗਾ, ਜਿੱਤਾਂਗਾ, ਔਰ ਮੈਂ 100 ਗੁਣਾ ਫਲ ਲੈ ਕੇ ਆਵਾਂਗਾ। ਔਰ ਮੇਰੇ ਜੀ ਸਾਥੀਓ, ਅੱਜ ਦਾ ਜੋ ਮੈਸੇਜ ਆ, ਇਹ ਮੈਸੇਜ ਤੁਹਾਨੂੰ ਸੁਪਰ ਡੁਪਰ ਦਲੇਰ ਕਰੇਗਾ, ਬਲੈਸ ਕਰੇਗਾ, ਔਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀ ਆਸ਼ੀਸ਼ ਦੇਵੇਗਾ ਕਿ ਜਦ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਫੋਲੋ ਕਰਦੇ ਜਾਓਗੇ, ਵਚਨ ਨੂੰ ਉੱਪਰ ਚੱਲਦੇ ਜਾਓਗੇ, ਆਪਣਾ ਧਿਆਨ ਦੁਨੀਆ ਦੀਆਂ ਗੱਲਾਂ ਤੋਂ ਹਟਾਉਂਦੇ ਜਾਓਗੇ, ਮੈਂ ਕਿਹਾ ਤੁਸੀਂ ਦਿਨ ਦਿਨ ਚਮਕੋਗੇ। ਔਰ ਪਰਮੇਸ਼ਰ ਦਾ ਆਤਮਾ ਤੁਹਾਨੂੰ ਚਮਕਾਉਣ ਵਾਸਤੇ ਜਾ ਰਿਹਾ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, 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 ਹਾਲੇਲੂਇਆ। ਮੇਰੇ ਜੀ ਸਾਥੀਓ, ਜੋ ਅਸੀਂ ਖੁਦਾ ਦੀ ਬਾਣੀ ਨੂੰ ਦੇਖਣ ਜਾ ਰਹੇ, ਅੱਜ ਦਾ ਸਪੈਸ਼ਲ ਜੋ ਮੈਸੇਜ ਆ ਕਿ ਰਾਜੇ ਨੇ ਸੋਨੇ ਦੀ ਮੂਰਤੀ ਨੂੰ ਬਣਾਇਆ, ਔਰ ਬਾਈਬਲ ਦੇ ਵਿੱਚ ਲਿਖਿਆ 60 ਹੱਥ ਉਹਦੀ ਲੰਬਾਈ, ਯਾਨੀ ਕਿ 60 ਹੱਥ ਲੰਬਾਈ ਤੇ 6 ਹੱਥ ਉਹਦੀ ਚੜਾਈ ਸੀ। ਔਰ ਦੇਖਿਆ ਕਿ ਉਹ ਬਾਬਲ ਦੇ ਮੈਦਾਨ ਦੇ ਵਿੱਚ ਉਸ ਮੂਰਤ ਨੂੰ ਰੱਖਿਆ। ਆਮੀਨ। ਉਸ ਤੋਂ ਅਗਲੀ ਸਾਈਡ ਪੜਾਂਗਾ। ਤਦ ਨਬੂਕਦਨੇਸਰ ਰਾਜੇ ਨੇ ਲੋਕਾਂ ਨੂੰ ਘੱਲਿਆ ਅਤੇ ਸ਼ਹਿਜ਼ਾਦਿਆਂ, ਦੀਵਾਨਿਆਂ, ਸਰਦਾਰਾਂ, ਨਿਉਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਅਤੇ ਸੂਬਿਆਂ ਦੇ ਸਭਨਾ ਹਾਕਮਾਂ ਨੂੰ ਇਕੱਠੇ ਕਰਨ, ਤਾਂ ਜੋ ਉਹ ਉਸ ਮੂਰਤੀ ਨੂੰ ਪਵਿੱਤਰ ਕਰਕੇ ਥਾਪਣ ਜਿਹੜੀ ਨਬੂਕਦਨੇਸਰ ਰਾਜੇ ਨੇ ਖੜੀ ਕੀਤੀ ਸੀ। ਆਮੀਨ। ਇੱਥੇ ਮੇਰੇ ਜੀ ਸਾਥੀਓ ਵੇਖੋ ਕਿੰਨਿਆਂ ਲੋਕਾਂ ਨੂੰ ਘੱਲਿਆ ਕਿ ਉਹ ਆਣ ਕੇ ਇਸ ਮੂਰਤੀ ਨੂੰ ਕੀ ਕਰਨ, ਪਵਿੱਤਰ ਕਰਨ। ਇਹ ਮੇਰੇ ਜੀ ਸਾਥੀਓ ਕੀ ਹੀ, ਇਹ ਸਰਾਸਰ ਖਿਲਾਫਤ ਸੀ ਪਰਮੇਸ਼ਵਰ ਦੀ। ਕਿਉਂਕਿ ਸ਼ੁਰੂ ਤੋਂ ਹੀ ਤੁਸੀਂ ਪਵਿੱਤਰ ਬਾਈਬਲ ਨੂੰ ਜਦੋਂ ਧਿਆਨ ਦੇ ਕੇ ਪੜ੍ਹਦੇ ਨੇ, ਪੁਰਾਣੇ ਨੇਮ ਦੇ ਵਿੱਚ ਸਭ ਤੋਂ ਵੱਧ ਪਰਮੇਸ਼ਵਰ ਕਿੰਨਾ ਲੋਕਾਂ ਨਾਲ ਨਫ਼ਰਤ ਕਰਦਾ, ਜਿਹੜੇ ਲੋਕ ਬੁੱਤਾਂ ਦੀ ਪੂਜਾ ਕਰਦੇ ਸੀ, ਜਿਹੜੇ ਲੋਕ ਫਾਲ ਪਵਾਉਂਦੇ ਸੀ, ਜਿਹੜੇ ਲੋਕ ਸਿਆਣੇ ਦੇ ਕੋਲ ਜਾ ਕੇ ਪੁੱਛਦੇ ਸੀ। ਜਿਸ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਵਚਨ ਵਿੱਚੋਂ ਪੜ੍ਹਦੇ ਕਿ ਜਦ ਸ਼ੌਲ ਨੇ ਗਲਤੀਆਂ ਕੀਤੀਆਂ, ਦੁਬਾਰਾ ਬਾਈਬਲ ਦੇ ਵਿੱਚ ਲਿਖਿਆ ਕਿ ਸੌਲ ਦੇ ਉੱਤੇ ਜਦੋਂ ਪਰਮੇਸ਼ਰ ਦਾ ਆਤਮਾ ਅੱਡ ਹੋ ਗਿਆ, ਉਹਦੇ ਵੱਡੇ ਇੱਕ ਦੁਸ਼ਟ ਆਤਮਾ ਨੂੰ ਤੰਗ ਕਰਦਾ ਸੀ। ਔਰ ਬਾਈਬਲ ਦੇ ਵਿੱਚ ਲਿਖਿਆ ਕੁਝ ਸਮੇਂ ਜਦ ਪਰਮੇਸ਼ਰ ਦੇ ਦਾਸ ਸ਼ਮੂਏਲ ਦੀ ਡੈਥ ਹੋ ਚੁੱਕੀ ਆ, ਸ਼ਮੂਏਲ ਦੀ ਡੈਥ ਹੋ ਗਈ ਜਦ, ਔਰ ਬਾਈਬਲ 'ਚ ਲਿਖਿਆ ਸ਼ਮੂਏਲ ਦੀ ਡੈਥ ਹੋ ਗਈ ਤੇ ਸ਼ੌਲ ਨੇ ਕੀ ਕੀਤਾ, ਬਾਈਬਲ 'ਚ ਲਿਖਿਆ ਜਾਦੂਗਰਨੀ ਦੇ ਕੋਲ ਗਿਆ ਜਿਹਦੇ ਭੂਤ ਮਿੱਤਰ ਆ। ਔਰ ਬਾਈਬਲ ਦੇ ਵਿੱਚ ਲਿਖਿਆ ਜਦ ਉਸਨੇ ਉਸ ਜਗ੍ਹਾ ਤੇ ਜਾ ਕੇ ਕੀ ਕੀਤਾ, ਉਸਨੇ ਉਸ ਜਗ੍ਹਾ ਤੇ ਜਾ ਕੇ ਔਰ ਪੁੱਛਣਾ ਪਵਾਈ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੁੱਤ ਪੂਜਾ ਕਿੰਨੀ ਘਾਤਕ ਸੀ ਪੁਰਾਣੇ ਨੇਮ ਦੇ ਵਿੱਚ। ਜਦੋਂ ਤੁਸੀਂ ਉਤਪਤ ਤੋਂ ਲੈ ਕੇ ਮਲਾਕੀ ਤੱਕ ਪੂਰੀ ਬਾਈਬਲ ਦੀ ਸਟੱਡੀ ਕਰੋਗੇ, ਤੁਹਾਨੂੰ ਪਤਾ ਲੱਗੇਗਾ ਕਿ ਸਭ ਤੋਂ ਵੱਧ ਪਰਮੇਸ਼ਰ ਕਿੰਨਾ ਲੋਕਾਂ ਨਾਲ ਨਫ਼ਰਤ ਕਰਦਾ, ਜਿਹੜੇ ਲੋਕ ਬੁੱਤਾਂ ਦੀ ਪੂਜਾ ਕਰਦੇ ਆ, ਜਿਹੜੇ ਉਹਦੇ ਪਲੀਤ ਚੜਾਵੇ ਖਾਂਦੇ ਆ, ਜਿਹੜੇ ਉਹਨਾਂ ਦੇ ਅੱਗੇ ਮੱਥਾ ਟੇਕਦੇ ਨੇ। ਮੇਰੇ ਜੀ ਸਾਥੀਓ, ਬਹੁਤ ਸਾਰੇ ਵਚਨ ਜਦ ਤੁਸੀਂ ਪੜੋਗੇ, ਜਦ ਯਰਮੀਆ 17 ਅਧਿਆਇ ਪੜੋਗੇ, ਉਹ ਜਗ੍ਹਾ ਤੇ ਲਿਖਿਆ ਉਹਨਾਂ ਪਹਾੜੀਆਂ ਦੇ ਵਿੱਚ, ਉੱਚੀਆਂ ਜਗ੍ਹਾ ਦੇ ਵਿੱਚ ਜਾ ਕੇ ਉਹਨਾਂ ਨੇ ਰੁੱਖਾਂ ਦੇ ਨਾਲ ਜਨਾਹ ਕੀਤਾ, ਉਹਨਾਂ ਨੇ ਪੱਥਰਾਂ ਦੇ ਨਾਲ ਜਨਾਹ ਕੀਤਾ। ਕਾਰਨ ਕੀ? ਬਾਈਬਲ ਦੇ ਵਿੱਚ ਲਿਖਿਆ ਕਿ ਪ੍ਰਭੂ ਬੁੱਤ ਪੂਜਾ ਤੋਂ ਬਹੁਤ ਨਫ਼ਰਤ ਕਰਦਾ ਵਾ, ਔਰ
ਬਾਰ-ਬਾਰ ਵੇਖੋ ਮੇਰੇ ਜੀ ਸਾਥੀਓ, ਖੁਦਾ ਨੇ ਸਾਨੂੰ ਚੌਕਸ ਕੀਤਾ। ਅੱਜ ਦਾ ਜਿੰਨੇ ਵੀ ਲੋਕ, ਭਾਵੇਂ ਵਿਸ਼ਵਾਸੀ ਆ, ਚਾਹੇ ਉਹ ਵਲੰਟੀਅਰ, ਚਾਹੇ ਉਹ ਕਲੀਸਿਆ, ਜਿੰਨਾ ਚਿਰ ਪਵਿੱਤਰ ਬਾਈਬਲ ਤੁਸੀਂ ਆਪ ਨਹੀਂ ਪੜੋਗੇ, ਤੁਹਾਨੂੰ ਲੋਕਾਂ ਦੀਆਂ ਗੱਲਾਂ ਤੁਸੀਂ ਕਰਦੇ ਰਹੋਗੇ। ਮੇਰੇ ਜੀ ਸਾਥੀਓ, ਰੀਅਲ ਮੈਨ ਆਫ ਗੋਡ ਉਹੀ ਆ ਜਿਹੜਾ ਆਪ ਬਾਈਬਲ ਦੀ ਸਟੱਡੀ ਕਰਦਾ, ਜਿਹੜਾ ਪਵਿੱਤਰ ਬਾਈਬਲ ਦੇ ਚੱਲਦਾ, ਜਿਹੜਾ ਪਵਿੱਤਰ ਬਾਈਬਲ ਨੂੰ ਸਮਝਦਾ, ਜਿਹੜਾ ਉਹਦੀ ਸਮਝ ਮੰਗਦਾ ਕਿ ਪਰਮੇਸ਼ਵਰ ਮੈਨੂੰ ਬੁੱਧੀ ਦੇ, ਵਿਜ਼ਡਮ ਦੇ, ਕਿ ਮੈਂ ਤੁਹਾਡੇ ਬੱਚੇ ਨੂੰ ਸਮਝ ਸਕਾਂ ਤੇ ਮੈਂ ਬਹੁਤ ਸਾਰੇ ਲੋਕਾਂ ਦੀ ਲਾਈਫ ਨੂੰ ਚੇਂਜ ਕਰ ਸਕਾਂ। ਆਮੀਨ। ਮੈਂ ਦੱਸਣਾ ਚਾਹੁੰਦਾ ਕਿ ਇਸ ਲੋਕਡਾਊਨ ਦੇ ਦੌਰਾਨ ਜਦ ਤੁਸੀਂ ਚਰਚ ਨੂੰ ਲੱਗਦਾ ਦੁਬਾਰਾ ਦੇਖੋਗੇ, ਮੈਂ ਦੇਖ ਰਿਹਾ ਐਸੇ ਭੈਣ ਭਰਾ ਜਿਨ੍ਹਾਂ ਦੀ ਲਾਈਫ ਮੈਂ ਚੇਂਜ ਹੁੰਦੀ ਦੇਖ ਰਿਹਾ, ਕਿ ਬਹੁਤ ਸਾਰੇ ਬੱਚੇ ਜਿਹੜੇ ਉਹਨਾਂ ਦੀ ਲਾਈਫ ਨੂੰ ਬਦਲ ਰਹੇ ਨੇ। ਉਹਨਾਂ ਨੂੰ ਪਤਾ ਲੱਗ ਰਿਹਾ ਕਿ ਬਾਈਬਲ ਪੜ੍ਹਨਾ, ਇਹ ਮਿਹਨਤ ਤੋਂ ਬਿਨਾਂ ਸਾਨੂੰ ਕੋਈ ਵੀ ਆਸ਼ੀਸ਼ ਨਹੀਂ ਮਿਲ ਸਕਦੀ। ਔਰ ਮੇਰੇ ਜੀ ਸਾਥੀਓ, ਤੁਸੀਂ ਆਪਣੇ ਦਾਸ ਨਾਲ ਦੇਖਦੇ ਜੇ ਕਿ ਤੁਹਾਡਾ ਦਾਸ ਕਿਸ ਤਰ੍ਹਾਂ ਬੋਲਦਾ। ਔਰ ਮੇਰੇ ਜੀ ਸਾਥੀਓ, ਮਿਹਨਤ ਹੈ ਜਿਹੜੀ ਤੁਹਾਨੂੰ ਦਿਖ ਰਹੀ ਹੈ, ਇਹ ਮੇਰੀ ਮਿਹਨਤ ਜਿਹੜੀ ਦੂਸਰੇ ਲੋਕਾਂ ਦੇ ਪ੍ਰਗਟ ਹੁੰਦੀ ਹੈ, ਕਿਉਂਕਿ ਇੱਥੋਂ ਪਤਾ ਲੱਗਦਾ ਵਾ ਕਿ ਬੰਦਾ ਖੁਦਾ ਦੇ ਨਾਲ ਸਮਾਂ ਸਪੈਂਡ ਕਰਦਾ, ਇਹਨੇ ਮਿਹਨਤ ਕੀਤੀ ਹੈ, ਇਹ ਫਾਈਟ, ਇਹ ਤਿਆਰ ਹੋ ਕੇ ਇਸ ਸਰੀਰ ਨੂੰ ਪੰਪ ਕਰਕੇ ਆਇਆ, ਇਹ ਪੰਪ 'ਚ ਆਇਆ ਵਾ। ਔਰ ਮੇਰੇ ਜੀ ਸਾਥੀਓ, ਜਿਹੜੇ ਬੋਡੀ ਫਿਲਟਰ ਹੁੰਦੇ ਆ, ਉਹ ਜਿਮ ਤੋਂ ਪਹਿਲੇ ਆਪਣੇ ਸਰੀਰ ਨੂੰ ਪੰਪ ਕਰਦੇ ਨੇ। ਪੰਪ ਪਹਿਲੇ ਤਿਆਰੀ ਕਰਦੇ ਨੇ, ਜਿਸ ਤਰ੍ਹਾਂ ਪੇਪਰਾਂ ਦੀ ਤਿਆਰੀ ਹੁੰਦੀ ਹੈ। ਜਦ ਤੁਸੀਂ ਪੇਪਰ ਦਿਓ ਕਿ ਤੁਹਾਨੂੰ 2-3-4 ਦਿਨ ਪਹਿਲੇ ਪੇਪਰ ਦੀ ਤਿਆਰੀ ਕਰਨੀ ਪੈਣੀ। ਜਿਹੜੇ ਬੰਦੇ ਨੇ ਤਿਆਰੀ ਨਹੀਂ ਕੀਤੀ ਉਹ ਕੀ ਬੋਲੇਗਾ? ਮੰਨ ਲਓ ਇੱਕ ਵਰਸ਼ਿਪ ਲੀਡਰ ਬੰਦਾ ਜੋ ਨੇ ਤਿਆਰੀ ਨਹੀਂ ਕੀਤੀ, ਕੀ ਭਜਨ ਗਾਵੇਗਾ? ਉਹਦੇ ਤੇ ਗਲਾ ਨਹੀਂ ਸੀ ਹੈਗਾ, ਉਹਨੂੰ ਪਤਾ ਹੀ ਨਹੀਂ ਕੀ ਕਰਨਾ। ਇਸ ਕਰਕੇ ਮੇਰੇ ਜੀ ਸਾਥੀਓ, ਅੱਜ ਦਾ ਬੜਾ ਸਪੈਸ਼ਲ ਵਚਨ ਆ ਕਿ ਜਦ ਸ਼ਾਉਲ ਜਾਦੂਗਰਨੀ ਕੋ ਜਾ ਕੇ ਉਹਨੇ ਜਿਹਦੇ ਭੂਤ ਮਿੱਤਰ ਸੀ ਉਹਨਾਂ ਕੋਲ ਸਲਾਹ ਲਈ, ਇਹ ਸਭ ਤੋਂ ਵੱਧ ਘਾਤਕ ਜਿਹੜਾ ਕੰਮ। ਪਹਿਲੇ ਤੇ ਗਲਤੀਆਂ ਪਹਿਲਾਂ ਵੀ ਬਹੁਤ ਸਾਰੀਆਂ ਕਰਦਾ ਸੀ, ਕਿਉਂਕਿ ਪ੍ਰਭੂ ਦਾ ਮਨ ਪਹਿਲੇ ਉਹ ਤੋਂ ਦੁਖੀ ਸੀ, ਸ਼ਮੂਏਲ ਦਾ ਮਨ ਵੀ ਦੁਖੀ ਸੀ। ਸ਼ਮੂਏਲ ਦੀ ਡੈਥ ਹੋ ਗਈ, ਉਸ ਤੋਂ ਬਾਅਦ ਉਹਨੇ ਕੀ ਬੋਲਿਆ? ਉਹਨੇ ਆਪਣੇ ਹੱਥ ਵਿੱਚ ਸਿੱਕੇ ਲਏ ਔਰ ਆਪਣੇ ਪੁੱਤਰ ਜੋਨਾਥਨ ਨੂੰ, ਔਰ ਜੋਨਾਥਨ ਬਹੁਤ ਸਾਰਾ ਜਿਹੜਾ ਦਾਊਦ ਨੂੰ ਪਿਆਰ ਕਰਦਾ ਸੀ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਸ਼ਾਉਲ ਜਾਦੂਗਰਨੀ ਦੇ ਕੋਲ ਗਿਆ ਔਰ ਦੱਸਿਆ ਕਿ ਜਾਦੂਗਰ ਜਿਹੜੇ ਲੋਕ ਸੀ ਸ਼ਾਉਲ ਨੂੰ ਦੇਖ ਕੇ ਨੱਠ ਜਾਂਦੇ ਸੀ, ਭੱਜ ਜਾਂਦੇ ਸੀ। ਜਿੱਥੇ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਜਗ੍ਹਾ ਦੇ ਸ਼ਾਉਲ, ਦੱਸਿਆ ਕਿ ਪਿੰਡ ਜਿਹੜੇ ਜਾਦੂ ਵਾਲੇ ਨੱਠ ਜਾਂਦੇ ਉਹਨੂੰ ਦੇਖ ਕੇ, ਕਿਉਂਕਿ ਬਹੁਤ ਸਖਤ ਬੰਦਾ ਸੀ, ਬਹੁਤ ਗੁੱਸੇ ਵਾਲਾ ਬੰਦਾ ਸੀ। ਮੇਰੇ ਜੀ ਸਾਥੀਓ, ਜਦੋਂ ਨੇ ਪਰਮੇਸ਼ਰ ਦੇ ਹੁਕਮਾਂ ਨੂੰ ਤੋੜਤਾ, ਉਹਦੇ ਕੋਲ ਕੋਈ ਸੁਪਨਾ ਨਹੀਂ, ਨਾ ਸੁਪਨੇ ਦਾ ਅਰਥ ਆ, ਨਾ ਉਰੀਮ ਨਾ ਤਮੀਮ। ਦੋ ਤਰੀਕੇ ਨਾਲ ਪ੍ਰਭੂ ਗੱਲ ਕਰਦਾ, ਨਾ ਉਰੀਮ ਨਾ ਤਮੀਮ, ਨਾ ਵਚਨ ਦੇ ਦੁਆਰਾ ਗੱਲ ਕਰ ਰਿਹਾ, ਨਾ ਸੁਪਨੇ ਦੇ ਦੁਆਰਾ ਕਰ ਰਿਹਾ, ਤੇ ਨਾ ਹੀ ਤਮੀਮ ਦੇ ਦੁਆਰਾ ਜਿੱਦਾਂ ਪਰਮੇਸ਼ਰ ਦਾ ਆਤਮਾ ਬੋਲਦਾ। ਜਵਾਬ ਨਹੀਂ। ਕਿਉਂ? ਕਿਉਂਕਿ ਉਹਦੀਆਂ ਗਲਤੀਆਂ ਬਾਰ-ਬਾਰ ਜਿਹੜੀਆਂ ਕਰਦਾ ਸੀ, ਪਰਮੇਸ਼ਰ ਦੇ ਮਨ ਨੂੰ ਦੁਖੀ ਕਰਦਾ ਸੀ। ਔਰ ਬਾਈਬਲ 'ਚ ਲਿਖਿਆ ਕਿ ਸ਼ਾਉਲ ਨੂੰ ਪ੍ਰਭੂ ਛੱਡ ਕੇ ਚਲਾ ਗਿਆ। ਔਰ ਬਾਅਦ ਵਿੱਚ ਉਹਨੇ ਕੀ ਕੀਤਾ? ਉਹਨੇ ਜਾਦੂਗਰਨੀ ਕੋ ਜਾ ਕੇ ਪੁੱਛਣਾ ਪਵਾਈ। ਮੇਰੇ ਜੀ ਸਾਥੀਓ, ਇਹ ਪੁੱਛਣਾ ਇੰਨੀ ਘਾਤਕ ਆ, ਮੈਂ ਤੁਹਾਨੂੰ ਦੱਸ ਦੇਣਾ। ਜਿਹੜੇ ਲੋਕ ਬੁੱਤ ਪੂਜਾ ਅੱਜ ਵੀ ਕੀ ਲੋਕ ਕਰਦੇ ਆ, ਪਵਿੱਤਰ ਬਾਈਬਲ ਪੜ੍ਹਦੇ ਆ, ਚਰਚ ਵੀ ਜਾਂਦੇ ਆ, ਉਸ ਤੋਂ ਬਾਅਦ ਜਾ ਕੇ ਪੱਤਰੀ ਵੀ ਖਿਲਾਉਂਦੇ ਆ, ਇਹ ਕੰਮ ਨਹੀਂ ਕਰਨੇ। ਇਹ ਸਭ ਤੋਂ ਘਾਤਕ ਆ, ਕਿਉਂਕਿ ਬਾਈਬਲ 'ਚ 3 ਚੀਜ਼ਾਂ ਦੀ ਮਾਫੀ ਨਹੀਂ। ਪਹਿਲੇ ਨੰਬਰ ਤੇ ਜਿਹੜਾ ਪਵਿੱਤਰ ਆਤਮਾ ਦੇ ਖਿਲਾਫ ਬੋਲਦਾ, ਜਿਹੜੇ ਬੁੱਤਾਂ ਦੀ ਪੂਜਾ ਕਰਦੇ ਆ, ਔਰ ਜਿਹੜੇ ਸਿਆਣੇ ਕੋ ਜਾ ਕੇ ਪੁੱਛਣਾ ਪਾਉਂਦੇ ਆ। ਇਹ 3 ਗਲਤੀਆਂ ਦੀ ਕਦੀ ਮਾਫੀ ਨਹੀਂ ਹੁੰਦੀ। ਜਿਹਨੇ ਲੋਕ ਸੁਣਦੇ ਨੇ, ਤੁਸੀਂ ਮਤ, ਕਿਉਂਕਿ ਤੁਸੀਂ ਗਲਤੀ ਕਿਉਂ ਕਰੋਗੇ? ਕਿਉਂਕਿ ਤੁਹਾਡੇ ਅੰਦਰ ਪਵਿੱਤਰ ਬਾਈਬਲ ਨਹੀਂ ਆ। ਜਦੋਂ ਤੁਹਾਨੂੰ ਪਤਾ ਲੱਗ ਗਿਆ ਨਾ ਪਵਿੱਤਰ ਬਾਈਬਲ ਕੀ ਬੋਲਦੀ, ਪਵਿੱਤਰ ਆਤਮਾ ਦਾ ਬਿਆਨ ਕੀ ਆ, ਔਰ ਪਰਮੇਸ਼ਵਰ ਕਿਹੜੀਆਂ ਚੀਜ਼ਾਂ ਨੂੰ ਪਸੰਦ ਕਰਦਾ, ਕਿਹੜੀਆਂ ਚੀਜ਼ਾਂ ਹੀ ਕਰਨੀਆਂ, ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ, ਫਿਰ ਤੁਹਾਨੂੰ ਪਤਾ ਲੱਗੇਗਾ। ਮੇਰੇ ਜੀ ਸਾਥੀਓ, ਸ਼ਾਉਲ ਦੀ ਸਟੋਰੀ ਮੈਂ ਤੁਹਾਨੂੰ ਕਿਉਂ ਸੁਣਾਈ? ਸ਼ਾਉਲ ਨੇ ਗਲਤੀ ਕੀਤੀ ਬਹੁਤ ਵੱਡੀ। ਪਹਿਲਾਂ ਤਾਂ ਗਲਤੀਆਂ ਕੀਤੀਆਂ, ਉਸ ਤੋਂ ਬਾਅਦ ਜਿਹੜੀ ਲਾਸਟ ਗਲਤੀ ਕੀਤੀ ਹੈ, ਇਹ ਐਸੀ ਭਿਆਨਕ ਗਲਤੀ ਕੀਤੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਔਰ ਬਾਈਬਲ 'ਚ ਲਿਖਿਆ, ਜਦ ਉਸਨੇ ਜਾਦੂਗਰ ਨੂੰ ਬੋਲਿਆ ਕਿ ਮੇਰੇ ਵਾਸਤੇ ਇੱਕ ਰੂਹ ਨੂੰ ਬੁਲਾਓ, ਔਰ ਬਾਈਬਲ 'ਚ ਲਿਖਿਆ ਉਹਨੇ ਜੋ ਵੀ ਜਾਦੂ ਤੰਤਰਿਕ ਵਿਦਿਆ ਕੀਤੀ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਸ਼ਾਉਲ ਦੀ, ਸ਼ਮੂਏਲ ਦੀ ਜਿਹੜੀ ਰੂਹ ਆ ਉੱਪਰ ਆ ਰਹੀ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਉਸ ਤੋਂ ਬਾਅਦ ਜਦ ਸ਼ਮੂਏਲ ਦੀ ਰੂਹ ਉੱਪਰ ਆਈ ਹੈ, ਤੇ ਸ਼ਮੂਏਲ ਨੂੰ ਪੁੱਛਿਆ, ਤੂੰ ਮੇਰੀ ਆਰਾਮਗਾਹ ਵਿੱਚ ਭੰਗ ਕਿਉਂ ਪਾਈ ਹੈ? ਔਰ ਬਾਈਬਲ ਦੇ ਵਿੱਚ ਲਿਖਿਆ ਕਿ ਜਦ ਸ਼ਮੂਏਲ ਦੀ ਰੂਹ ਉੱਪਰ ਆ ਰਹੀ ਹੈ, ਔਰ ਜਾਦੂਗਰਨੀ ਨੂੰ ਪੁੱਛਿਆ ਕਿ ਉਹ ਕਿਸ ਡੋਲ ਦਾ ਮਨੁੱਖ ਜਿਹੜਾ ਉੱਪਰ ਆ ਰਿਹਾ? ਉਹਨੇ ਕਿਹਾ ਕਿ ਵਾਈਟ ਰੰਗ ਦਾ ਦੁਪੱਟਾ ਉਹਨੇ ਸਿਰ ਤੇ ਲਿਆ ਵਾ ਔਰ ਬੁੱਢਾ ਵਾ। ਉਹਨੂੰ ਪਤਾ ਲੱਗ ਗਿਆ ਕਿ ਸ਼ਮੂਏਲ ਆ। ਕਿਉਂ ਉਹਨੇ ਬੁਲਾਇਆ? ਕਿਉਂਕਿ ਉਸ ਸਮੇਂ ਉਹਦੇ ਕੋਲ ਕੋਈ ਪਲਾਨ ਨਹੀਂ ਰਹਿ ਗਿਆ, ਜੰਗਾਂ ਹਾਰਨ ਡਿਆ ਪਿਆ, ਉਹਦੇ ਨਾਲ ਪ੍ਰਭੂ ਨਹੀਂ। ਅੱਜ ਹੀ ਮੇਰੇ ਜੀ ਸਾਥੀ, ਜਦੋਂ ਪ੍ਰਭੂ ਤੁਹਾਨੂੰ ਛੱਡ ਕੇ ਚੱਲ ਜਾਏਗਾ, ਤੁਸੀਂ ਜਿਸ ਸਾਈਡ ਵੀ ਜਾਓਗੇ ਹਾਰ ਕੇ ਆਓਗੇ, ਹਾਰੋਗੇ ਤੁਸੀਂ, ਕਿਉਂਕਿ ਪ੍ਰਭੂ ਤੁਹਾਡੇ ਨਾਲ ਨਹੀਂ ਹੈ।
ਜਿਹੜੇ ਬੰਦੇ ਪਰਮੇਸ਼ਵਰ ਨਾਲ ਚੱਲਦੇ ਆ ਉਹਨਾਂ ਨੂੰ ਇੱਕ ਇੱਕ ਪਲਾਨ ਪਵਿੱਤਰ ਆਤਮਾ ਦਾਦਾ ਬਾਈਬਲ ਦੇ ਦੁਆਰਾ, ਸੁਪਨੇ ਦੇ ਦੁਆਰਾ, ਆਤਮਾ ਦੀ ਗਵਾਹੀ ਦੇ ਦੁਆਰਾ, ਪਵਿੱਤਰ ਆਤਮਾ ਦੀ ਹਜ਼ੂਰੀ ਦੁਆਰਾ। ਕਿਉਂਕਿ ਜਦ ਤੱਕ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਚ ਨਹੀਂ ਬਣੋਗੇ ਤੁਹਾਨੂੰ ਸਮਝ ਨਹੀਂ ਲੱਗੇਗੀ ਪਲਾਨ ਦੀ। ਕੱਲੀ ਸੇਵਕਾਈ ਇੱਦਾਂ ਨਹੀਂ ਹੋਏਗੀ। ਸਭ ਤੋਂ ਪਹਿਲਾਂ ਪਵਿੱਤਰ ਆਤਮਾ ਦੀ ਗਵਾਹੀ ਤੁਹਾਡੇ ਕੋਲ ਹੋਏਗੀ, ਪਵਿੱਤਰ ਬਾਈਬਲ ਤੱਕ ਸਮਝ ਤੁਹਾਡੇ ਕੋਲ ਹੋਏਗੀ। ਤੁਹਾਨੂੰ ਸਮਾਂ ਕੱਢਣਾ ਪਏਗਾ। ਕਿੰਨੇ ਲੋਕ ਜਿਹੜੇ ਸਮਾਂ ਸਪੈਂਡ ਨਹੀਂ ਕਰਦੇ ਬਹੁਤ ਪ੍ਰੋਬਲਮਾਂ ਦੇ ਵਿੱਚ ਫਸ ਰਹੇ ਨੇ। ਮੈਂ ਐਸੇ ਲੋਕ ਦੇਖ ਰਿਹਾ, ਪ੍ਰਭੂ ਜੀ ਕਹਿ ਰਹੇ ਕਿ ਜਿਨ੍ਹਾਂ ਨੇ ਆਪਣੇ ਉੱਪਰ ਇੰਨੀਆਂ ਸਜ਼ਾਵਾਂ ਲੈ ਲਈਆਂ ਕਿ ਉਹ ਦੇਖ ਨਹੀਂ ਰਿਹਾ ਉਹਨਾਂ ਨੂੰ ਕੀ ਹੋ ਰਿਹਾ ਉਹਨਾਂ ਦੇ। ਗਲਤ ਬੋਲ ਕੇ ਪ੍ਰਭੂ ਜੀ ਕਹਿ ਰਹੇ ਕਿ ਉਹ ਮੁਸੀਬਤ ਵਿੱਚ ਆ ਚੁੱਕੇ ਨੇ। ਸੰਤਾਂ ਨੂੰ ਮਾੜਾ ਬੋਲ ਕੇ ਉਹਨਾਂ ਤੇ ਮੁਸੀਬਤ ਆ ਰਹੀ ਹੈ। ਪਰਾਈ ਨਿੰਦਿਆ ਕਰਕੇ, ਚੁਗਲੀ ਕਰਕੇ ਉਹਨਾਂ ਦੇ ਘਰਾਂ ਦੇ ਉੱਪਰ ਮੁਸੀਬਤ ਆਉਣੀ। ਕਿਉਂਕਿ ਉਹਨਾਂ ਆਪ ਸਜ਼ਾ ਲਈ ਆ। ਸਾਡਾ ਮੂੰਹ ਸਾਨੂੰ ਬਲੈਸ ਕਰ ਸਕਦਾ, ਸਾਡਾ ਮੂੰਹ ਹੀ ਸਾਨੂੰ ਸ਼ਰਾਫਿਤ ਕਰ ਸਕਦਾ। ਆਮੀਨ। ਉਸ ਤੋਂ ਅਗਲੀ ਸਾਈਡ ਜਦ ਆਪਾਂ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ ਕਿ ਦੱਸਿਆ ਕਿ ਜਦੋਂ ਉਹਦੀ ਰੂਹ ਪਰਾਈ ਹੈ ਸ਼ਮੂਏਲ ਦੀ, ਸ਼ਮੂਏਲ ਨੇ ਕੀ ਬੋਲਿਆ ਕਿ ਤੂੰ ਮੇਰੀ ਆਰਾਮਗਾਹ 'ਚ ਭੰਗ ਕਿਉਂ ਪਾਈ ਹੋ। ਔਰ ਬਾਈਬਲ ਦੇ ਵਿੱਚ ਲਿਖਿਆ ਕੀ ਬੋਲਿਆ ਇਹਨੇ, ਸ਼ਾਊਲ ਨੇ, ਕਿ ਨਾ ਪਰਮੇਸ਼ਵਰ ਦੀ ਆਵਾਜ਼ ਆ, ਨਾ ਕੋਈ ਨਬੀ ਦਾ ਸੁਨੇਹਾ, ਨਾ ਮੈਨੂੰ ਗਰਤ ਮੇਰਾ, ਮੈਂ ਜੰਗ ਹਾਰ ਰਿਹਾ ਔਰ ਮੈਂ ਕੀ ਕਰਾਂ। ਇਹਨੂੰ ਪ੍ਰਭੂ ਨੇ ਵੀ ਛੱਡ ਦਿੱਤਾ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਪ੍ਰਭੂ ਦੇ ਦਾਸ ਸ਼ਮੂਏਲ ਨੇ ਕੀ ਬੋਲਿਆ ਕਿ ਜੇ ਤੈਨੂੰ ਪ੍ਰਭੂ ਨੇ ਛੱਡ ਦਿੱਤਾ ਫਿਰ ਮੈਂ ਕੌਣ ਹੁਣਾ ਤੈਨੂੰ ਬਚਾਉਣ ਵਾਲਾ। ਆਮੀਨ। ਇਹਦਾ ਮਤਲਬ ਕੀ ਆ ਕਿ ਜੇ ਅੱਜ ਪ੍ਰਭੂ ਤੁਹਾਨੂੰ ਛੱਡ ਕੇ ਚਲ ਗਿਆ, ਤੁਹਾਡਾ ਸੇਵਕ ਜਿੰਨੀ ਮਰਜ਼ੀ ਤੁਹਾਡੇ ਲਈ ਪ੍ਰੇਰ ਕਰੇ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਓ, ਕਦੀ ਵੀ ਉਹ ਪ੍ਰੇਰ ਦਾ ਉੱਤਰ ਨਹੀਂ ਹੈਗਾ। ਕਿਉਂ? ਕਿਉਂਕਿ ਅਣ ਆਗਿਆਕਾਰੀ ਦੀ ਸਜ਼ਾ ਵਾ। ਕਾਰਨ ਕੀ? ਕਿਉਂਕਿ ਉਹਨੇ ਬੁੱਤ ਪੂਜਾ ਕੀਤੀ। ਅੱਜ ਦਾ ਜੋ ਮੈਂ ਵਚਨ ਸ਼ੁਰੂ ਕੀਤਾ ਇਹ ਮੈਂ ਤੁਹਾਨੂੰ ਕਿਉਂ ਦੱਸਿਆ ਕਿ ਸ਼ਾਊਲ ਨੇ ਜਾ ਕੇ ਜਾਦੂਗਰਨੀ ਦੇ ਨਾਲ ਜਦੋਂ ਜਾਦੂਗਰਨੀ ਦੇ ਕੋਲ ਗਿਆ, ਜਾਦੂਗਰਨੀ ਦੇ ਕੋਲ ਜਾ ਕੇ ਜਦ ਉਸਨੇ ਪੁੱਛਣਾ ਪਵਾਈ ਹੈ। ਇਹੀ ਸਭ ਤੋਂ ਵੱਡਾ ਪਾਪ ਜਿਹੜਾ ਉਹਨੇ ਕੀਤਾ, ਜਿਹਦੇ ਭੂਤ ਮਿੱਤਰਿਆ। ਅੱਜ ਕਿੰਨੇ ਲੋਕ ਪਰਮੇਸ਼ਵਰ ਦੇ ਨਾਲ ਚੱਲਦੇ ਰਹਿੰਦੇ, ਕੋਈ ਘਰ 'ਚ ਇਹੋ ਜਿਹੀ ਮੁਸੀਬਤ ਆ ਜਾਂਦੀ ਹੈ ਉਹ ਫਿਰ ਸਿਆਣੇ ਕੋਲ ਵੀ ਚਲ ਜਾਂਦੀ ਹੈ ਤੇ ਪ੍ਰਭੂ ਦੇ ਦਾਸਾਂ ਨੂੰ ਖੁਦਾ ਦਾ ਆਤਮਾ ਦੱਸ ਦਿੰਦਾ। ਪਰ ਫਿਰ ਵੀ ਲੋਕ ਨਹੀਂ ਮੰਨਦੇ। ਨਹੀਂ ਬਸ ਜੀ ਆਪਾਂ ਤੇ ਗਏ ਨਹੀਂ। ਕਿਉਂਕਿ ਇਨਸਾਨ ਕਦੀ ਵੀ ਝੂਠ ਨਹੀਂ ਬੋਲ ਸਕਦਾ। ਪਵਿੱਤਰ ਆਤਮਾ ਉਸ ਵੇਲੇ ਪ੍ਰਗਟ ਕਰਦਾ ਆਪਣੇ ਦਾਸਾਂ ਦੇ ਉੱਪਰ। ਔਰ ਮੇਰੇ ਜੀ ਸਾਥੀ, ਮੇਰਾ ਸਟੋਰੀ ਬੋਲਣ ਦਾ ਮਤਲਬ ਕੀ ਕਿ ਜੇ ਸ਼ਾਊਲ ਨੇ ਗਲਤੀ ਕੀਤੀ ਆ, ਗਲਤ ਕੰਮ ਕੀਤੇ ਆ, ਨਿਯਮਾਂ ਨੂੰ ਤੋੜਿਆ, ਤੇ ਬਾਈਬਲ 'ਚ ਲਿਖਿਆ ਉਹਨੂੰ ਹਰ ਵਕਤ ਹਾਰ ਮਿਲਦੀ। ਹਰ ਇੱਕ ਜੰਗਾਂ ਦਾਊਦ ਜਿੱਤਦਾ ਹੈ ਕਿਉਂਕਿ ਦਾਊਦ ਦੇ ਨਾਲ ਪਵਿੱਤਰ ਆਤਮਾ ਸੀ, ਪਰਮੇਸ਼ਰੀ। ਬਾਈਬਲ 'ਚ ਲਿਖਿਆ ਜਿਸ ਦਿਨ ਸ਼ਮੂਏਲ ਨੇ ਦਾਊਦ ਨੂੰ ਮਸਾ ਕੀਤਾ, ਉਸੇ ਦਿਨ ਤੋਂ ਪਵਿੱਤਰ ਆਤਮਾ ਉਹਦੇ ਜੀਵਨ ਦੇ ਵਿੱਚ ਆ ਗਿਆ। ਉਸੇ ਵਕਤ ਪਵਿੱਤਰ ਆਤਮਾ ਨਾਲ ਭਰ ਗਿਆ ਉਹ ਪ੍ਰਭੂ ਦਾ ਦਾਸ ਔਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣਿਆ ਰਿਹਾ। ਅੱਜ ਜਿਹੜੀ ਤੁਸੀਂ ਸਟੋਰੀ ਸੁਣੀ ਹੈ, ਮੈਂ ਕਿਉਂ ਸੁਣਾਈ ਕਿ ਇੱਥੇ ਮੂਰਤ ਦੇ ਬਾਰੇ ਆਪਾਂ ਜ਼ਿਕਰ ਵੇਖਿਆ ਕਿ ਜੇ ਉਹਨੇ ਮੂਰਤ ਨੂੰ ਮੱਥਾ ਟੇਕਿਆ ਤੇ ਇਸ ਬੰਦੇ ਨੇ ਵੀ ਬੜੀ ਵੱਡੀ ਗਲਤੀ ਕੀਤੀ ਹੈ। ਕੀ ਕੀਤਾ? ਇਹਨੇ ਜਾ ਕੇ ਜਾਦੂਗਰਨੀ ਕੋ ਪੁੱਛਣਾ ਵੀ ਪਵਾਈ ਹੈ। ਮੈਂ ਕਿਹਾ ਮੂਰਤੀ ਦੀ ਪੂਜਾ ਔਰ ਜਾਦੂਗਰਨੀ ਇਹ ਸਭ ਤੋਂ ਵੱਡੀ ਬਗਾਵਤ ਗਿਣੀ ਜਾਂਦੀ ਹੈ। ਮੈਂ ਤੁਹਾਨੂੰ ਇਸ ਲਈ ਮੇਰੇ ਜੀ ਸਾਥੀਓ ਦੱਸ ਰਿਹਾ ਕਿ ਸਭ ਤੋਂ ਵੱਧ ਪਾਪ, ਸਭ ਤੋਂ ਵੱਧ ਘਾਤਕ ਇਹ ਚੀਜ਼ਾਂ ਵਾ ਜਿਨ੍ਹਾਂ ਤੋਂ ਖੁਦਾ ਨਫ਼ਰਤ ਕਰਦਾ। ਇੱਕ ਕਿਸੇ ਵੀ ਦਾਸ ਦੇ ਖਿਲਾਫ ਨਾ ਬੋਲੋ, ਕਿਸੇ ਦੀ ਮੰਡਲੀ ਦੇ ਵਿਰੁੱਧ ਨਾ ਬੋਲੋ। ਕਿਸੇ ਦੀ ਮੰਡਲੀ ਵਧੇ, ਕਿਸੇ ਦੀ ਮੰਡਲੀ ਕਦੇ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਕਿਉਂਕਿ ਪਰਮੇਸ਼ਵਰ ਜਾਣਦਾ ਜੋ ਹੋ ਰਿਹਾ। ਕਿਉਂਕਿ ਵੇਖੋ ਬਾਈਬਲ ਦੇ ਵਿੱਚ ਲਿਖਿਆ ਜੋ ਇਨਸਾਨ ਬੀਜਦਾ ਇੱਕ ਦਿਨ ਉਹਨੂੰ ਉਹੀ ਵੱਢਣਾ ਪੈਂਦਾ ਵਾ। ਜੋ ਬੋ ਰਹੇ ਜੇ ਇੱਕ ਦਿਨ ਉਹ ਕੱਟ ਲੈਣਾ। ਤੁਸੀਂ ਇਹ ਡਿਪੈਂਡ ਤੁਹਾਡੇ ਤੇ, ਤੁਸੀਂ ਕੀ ਬੀਜਿਆ। ਮੇਰੇ ਕਹਿਣ ਦਾ ਭਾਵ ਹੈ ਕਿ ਜੋ ਅਸੀਂ ਅੱਜ ਬੀਜ ਰਹੇ, ਜੋ ਅਸੀਂ ਦੇ ਰਹੇ ਹਾਂ, ਇੱਕ ਦਿਨ ਉਹੀ ਲੈਣਾ। ਬਸ ਇਹ ਤੁਹਾਡੀ ਮਰਜ਼ੀ। ਇਸ ਕਰਕੇ ਮੇਰੇ ਅਜੀਜ਼ ਸਾਥੀਓ, ਜਿਹੜੇ ਲੋਕ ਪਵਿੱਤਰ ਬਾਈਬਲ ਨੂੰ ਪੜ੍ਹਦੇ ਆ, ਧਿਆਨ ਦੇ ਕੇ ਖੁਦਾ ਦੀ ਵਚਨਾਂ ਨੂੰ ਸੁਣੋ ਕਿ ਉਹ ਸਟੋਰੀ ਵਿੱਚ ਅੱਜ ਸਾਨੂੰ ਸਿੱਖਣ ਲਈ ਕੀ ਮਿਲਿਆ। ਜੇ ਤੁਸੀਂ ਬਾਈਬਲ ਨੂੰ ਪੜ੍ਹ ਲਿਆ, ਬਾਈਬਲ ਨੂੰ ਪੜ੍ਹ ਕੇ ਕਿਤਾਬ ਵਾਂਗੂ ਥੱਲੀ ਜਾਓਗੇ, ਪੜ੍ਹੀ ਜਾਓਗੇ, ਥੱਲੀ ਜਾਓਗੇ, ਉਹਦਾ ਕੋਈ ਫਾਇਦਾ ਨਹੀਂ। ਕਿਉਂਕਿ ਪਵਿੱਤਰ ਬਾਈਬਲ ਨੂੰ ਜਦੋਂ ਪੜ੍ਹਨਾ, ਧਿਆਨ ਦੇ ਕੇ ਪੜ੍ਹਨਾ ਕਿ ਇਹਦੇ ਵਿੱਚੋਂ ਸਿਖਾਵਤ ਕੀ ਮਿਲੀ। ਹੁਣ ਮੈਂ ਜਿਹੜੀ ਤੁਹਾਨੂੰ ਸ਼ਾਊਲ ਦੀ ਸਟੋਰੀ ਦੱਸੀ, ਉਹ ਤੋਂ ਤੁਸੀਂ ਕੀ ਸਿੱਖਿਆ ਕਿ ਕੁਛ ਵੀ ਹੋ ਜੇ, ਜੋ ਵੀ ਫੈਸਲਾ ਸਾਡਾ ਪ੍ਰਭੂ ਕਰੇਗਾ, ਅਸੀਂ ਕਦੀ ਵੀ ਸਿਆਣੇ ਕੋਲ ਨਹੀਂ ਜਾਵਾਂਗੇ, ਕਦੀ ਵੀ ਪੁੱਛਣਾ ਨਹੀਂ ਪਵਾਂਗੇ। ਔਰ ਬਾਈਬਲ ਦੇ ਵਿੱਚ ਲਿਖਿਆ ਕਿ ਮਰੇ ਬੰਦੇ ਨੇ ਸੁਣਾ ਦਿੱਤਾ, ਉਹਨਾਂ ਦੀ ਪ੍ਰੋਫੈਸੀ ਕੀਤੀ ਆ, ਕੱਲ ਇਸੇ ਟਾਈਮ 'ਚ ਤੁਸੀਂ ਦੋਨੇ ਪਿਓ ਪੁੱਤ ਮੇਰੇ ਕੋਲ ਹੋਵੋਗੇ, ਜੋਨਾਤਨ ਔਰ ਸ਼ਾਊਲ। ਔਰ ਮੇਰੇ ਜੀ ਸਾਥੀਓ, ਇਸੇ ਤਰ੍ਹਾਂ ਆ ਜਦ ਫਲਸਤੀਨੀਆਂ ਦੇ ਨਾਲ ਜੰਗ ਹੋਈ ਆ ਔਰ ਬਾਈਬਲ ਦੇ ਵਿੱਚ ਲਿਖਿਆ ਕਿ ਸ਼ਾਊਲ ਜਿਸ ਰਾਤ ਜਾਦੂਗਰਨੀ ਦੇ ਕੋਲ ਰਿਹਾ ਵਾ, ਦੱਸਿਆ ਕਿ ਇਹਨੇ ਖਾਣਾ ਨਹੀਂ ਖਾਧਾ, ਦਿਨ ਰਾਤ ਖਾਣਾ ਨਹੀਂ। ਇਹਨੂੰ ਅਫਸੋਸ ਲੱਗ ਗਿਆ, ਚਿੰਤਾ ਪੈ ਗਈ ਕਿ ਜੋ ਪਰਮੇਸ਼ਵਰ ਦਾ ਸੁਨਾਹਾ ਮਿਲ ਚੁੱਕਾ ਮੈਨੂੰ ਕਿ ਮੇਰੀ ਮੌਤ ਆ।
देखो मेरे जी साथियों, मरे बंदे ने आन के सुना दिता वा शमूल डेथ हो चुकी है, पर वो राम वाली जगह ते आ। ਅੱਜ ਮੇਰੇ ਜੀ ਸਾਥੀਓ, ਮਰਨ ਤੋਂ ਬਾਅਦ ਹੀ ਕਦੀ ਸੋਚਿਆ ਹੀ ਕਿੱਥੇ ਜਾ ਰਹੇ ਆ? ਕਿਉਂਕਿ ਸਾਡੇ ਕੰਮ ਹੀ ਸਾਨੂੰ ਉਹ ਜਗ੍ਹਾ ਤੇ ਲੈ ਕੇ ਜਾਣਗੇ। ਜੇ ਕੰਮ ਸਾਡੇ ਚੰਗੇ ਨਹੀਂ ਆ ਤਾਂ ਅਸੀਂ ਰਾਮਗਾਹ ਵਾਲੀ ਜਗ੍ਹਾ ਤੇ ਨਹੀਂ ਜਾਵਾਂਗੇ। ਇਸ ਕਰਕੇ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਜੋ ਸ਼ੌਲ ਨੇ ਗਲਤੀ ਕੀਤੀ ਆ, ਉਹ ਗਲਤੀ ਕਦੀ ਨਾ ਕਰੇ, ਕਿਉਂਕਿ ਬਾਰ-ਬਾਰ ਪ੍ਰਭੂ ਦੇ ਨਿਯਮਾਂ ਨੂੰ ਤੋੜਦਾ ਹੈ। ਅੱਜ ਵੀ ਨਿਯਮ ਆ। ਮੰਨ ਲਓ ਅੱਜ ਤੁਹਾਨੂੰ ਮੈਂ ਮੂਰਤੀ ਪੂਜਾ ਦੀ ਗੱਲ ਕਿਉਂ ਦੱਸਣ ਲੱਗਾ? ਕਿਉਂਕਿ ਉਹ ਰਾਜੇ ਨੇ ਆਪਣੀ ਮੂਰਤੀ ਬਣਾਈ ਆ 60 ਹੱਥ ਲੰਬਾਈ ਤੇ 6 ਹੱਥ ਚੌੜਾਈ, ਤੇ ਬਾਬਲ ਦੇ ਮੈਦਾਨ ਵਿੱਚ ਦੱਸਿਆ ਕਿ ਮੂਰਤ ਨੂੰ ਰੱਖਿਆ ਵਾ। ਔਰ ਇਹ ਜਗ੍ਹਾ ਤੇ ਦੱਸਿਆ ਕਿ ਉਹਨੇ ਆਪਣੇ ਸਲਾਹਕਾਰਾਂ ਨੂੰ, ਆਪਣੇ ਨਿਉਕਾਰਾਂ ਨੂੰ, ਆਪਣੇ ਦੀਵਾਨਾਂ ਨੂੰ, ਸਾਰਿਆਂ ਨੂੰ ਸੁਣਾ ਦਿੱਤਾ ਕਿ ਵੱਖ-ਵੱਖ ਜਗ੍ਹਾ ਤੋਂ ਸਾਰੇ ਲੋਕਾਂ ਨੂੰ ਇਕੱਠੇ ਕਰੋ, ਔਰ ਇਕੱਠੇ ਕਰਕੇ ਤੇ ਉਹਨਾਂ ਨੂੰ ਕਹੋ ਕਿ ਮੇਰੀ ਮੂਰਤੀ ਨੂੰ ਕੀ ਕਰਨ? ਪਵਿੱਤਰ ਕਰਨ। ਆਮੀਨ। ਮੈਂ ਅਗਲੀ ਸਾਈਡ ਤੇ ਪੜਾਂਗਾ। ਅਗਲੀ ਸਾਈਡ ਜਦ ਆਪਾਂ ਦੇਖਦੇ ਹਾਂ, ਅਗਲੀ ਸਾਈਡ ਤੇ ਬਾਈਬਲ 'ਚ ਲਿਖਿਆ, ਤਾਂ ਸ਼ਹਿਜ਼ਾਦੇ, ਦੀਵਾਨੇ, ਸਰਦਾਰ, ਨਿਉਕਾਰ, ਭੰਡਾਰੀ, ਸਲਾਹਕਾਰ, ਕਪਤਾਨ ਅਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਟ ਲਈ ਜਿਹੜੀ ਨਬੂਕਦਨੇਸਰ ਨੇ ਖੜੀ ਕੀਤੀ ਸੀ ਇਕੱਠੇ ਹੋਏ। ਆਮੀਨ। ਦੱਸਿਆ ਕਿ ਸਾਰੇ ਇਕੱਠੇ ਹੋ ਗਏ ਆ, ਇਹ ਮੂਰਤ ਦੀ ਚੱਟ ਕਰਨ ਵਾਸਤੇ ਆਏ ਸਾਰੇ। ਦੱਸਿਆ ਕਿ ਸਾਰੇ ਇਕੱਠੇ ਹੋ ਗਏ। ਅਗਲੀ ਸਾਈਡ ਤੇ ਲਿਖਿਆ, ਉਹ ਮੂਰਤ ਦੇ ਅੱਗੇ ਜਿਹੜੀ ਨਬੂਕਦਨੇਸਰ ਨੇ ਖੜੀ ਕੀਤੀ ਸੀ ਖਲੋ ਗਏ। ਤਦ ਇੱਕ ਢੰਡੋਰੀ ਨੇ ਉੱਚੀ ਹਾਕ ਦੇ ਕੇ ਪੁਕਾਰਿਆ। ਦੱਸਿਆ ਕਿ ਉੱਚੀ ਹਾਕ ਦੇ ਕੇ ਪੁਕਾਰਿਆ, ਹੇ ਲੋਕੋ, ਹੇ ਕੌਮੋ, ਹੇ ਪਾਕਿਓ, ਤੁਹਾਨੂੰ ਇਹ ਹੁਕਮ ਹੈ ਕਿ ਜਿਸ ਵੇਲੇ ਤੁਰੀਆਂ ਬੰਸਰੀਆਂ, ਤਾਸ਼ੋ, ਸਰੰਗੀਆਂ, ਬਰਬਤ, ਬੀਨ ਅਤੇ ਹਰ ਤਰ੍ਹਾਂ ਦੇ ਵਾਜਿਆਂ ਦੀ ਆਵਾਜ਼ ਸੁਣੋ, ਤਦ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹਨੂੰ ਨਬੂਕਦਨੇਸਰ ਨੇ ਖੜਾ ਕੀਤਾ ਹੈ ਡਿੱਗ ਕੇ ਮੱਥਾ ਟੇਕੋ। ਆਮੀਨ। ਹੁਣ ਇੱਥੇ ਲਿਖਿਆ ਕਿ ਉਹਨੇ ਕੀ ਕੀਤਾ? ਰਾਜੇ ਦਾ ਕੀ ਹੁਕਮ ਸੀ ਕਿ ਜਦ ਉਹ ਬੰਦਾ, ਉਹਨਾਂ ਵਿੱਚੋਂ ਇੱਕ ਬੰਦੇ ਨੇ ਦੱਸਿਆ ਕੀ ਕੀਤਾ, ਉਹਨੇ ਢੰਡੋਰੀ ਹਾਕ ਉੱਚੀ ਦੇ ਕੇ ਬੋਲਿਆ ਕਿ ਜਦ ਵੀ ਤਾਸ਼ੇ ਵਜਨ, ਬੰਸਰੀ ਵਜੇ, ਮਿਊਜ਼ੀਸ਼ੀਅਨ ਵਜਨ, ਉਸੇ ਵਕਤ ਜਿੰਨੇ ਵੀ ਲੋਕ ਉਹ ਜਗ੍ਹਾ ਤੇ ਆ, ਸਾਰਿਆਂ ਨੇ ਟੇਕ ਕੇ ਮੱਥਾ ਟੇਕਣਾ ਰਾਜੇ ਦੀ ਮੂਰਤ ਨੂੰ। ਆਮੀਨ। ਹੁਣ ਵੇਖੋ ਇਹ ਜਗ੍ਹਾ ਤੇ ਅਸੀਂ ਵਚਨ ਪੜਿਆ ਕਿ ਉਹ ਰਾਜੇ ਦਾ ਕੀ ਹੁਕਮ ਸੀ ਕਿ ਉਹ ਮੂਰਤ ਨੂੰ ਪਵਿੱਤਰ ਕਰਨ ਆਪਣੇ ਹਿਸਾਬ ਦੇ ਨਾਲ। ਉਸ ਤੋਂ ਬਾਅਦ ਲੋਕ ਸਾਰੇ ਉਹਨੂੰ ਮੱਥਾ ਟੇਕਣ। ਔਰ ਇਹ ਆਵਾਜ਼ ਕਿਹਨੇ ਲਗਾਈ? ਠੀਕ ਹੈ ਨਾ, ਜਦ ਇੱਕ ਢੰਡੋਰੀ ਨੇ ਉੱਚੀ ਹਾਕ ਦੇ ਕੇ ਪੁਕਾਰਿਆ, ਹੇ ਲੋਕੋ, ਹੇ ਕੌਮੋ, ਹੇ ਪਾਕਿਓ, ਤੁਹਾਨੂੰ ਇਹ ਹੁਕਮ ਹੈ। ਦੱਸਿਆ ਕਿ ਉਹਨਾਂ ਨੂੰ ਹੁਕਮ ਦੇ ਰਿਹਾ, ਯਾਨੀ ਕਿ ਇੱਥੇ ਕੀ ਹੈ? ਹੇ ਲੋਕੋ, ਬਹੁਤ ਸਾਰੇ ਲੋਕ, ਕੌਮਾ, ਪਾਕਿਆ, ਯਾਨੀ ਕਿ ਸਭ ਲੋਕਾਂ ਨੂੰ ਉਹ ਜਗ੍ਹਾ ਤੇ ਇਕੱਠਾ ਕੀਤਾ ਗਿਆ। ਜਿੰਨੇ ਵੀ ਦੀਵਾਨੇ, ਸਰਦਾਰ, ਜਿੰਨੇ ਕਿ ਅੱਜ ਜਗ੍ਹਾ ਤੇ ਬੜੇ ਸੂਬਿਆਂ ਦੇ, ਹਰ ਤਰ੍ਹਾਂ ਦੇ ਹਾਕਮ, ਜਿੰਨੇ ਵੀ ਇੱਥੋਂ ਲੈ ਕੇ ਜੜ ਤੱਕ ਸਭ ਲੋਕਾਂ ਨੂੰ ਇਕੱਠੇ ਕੀਤਾ। ਕਿਉਂ? ਕਿ ਉਹ ਰਾਜੇ ਦੀ ਮੂਰਤ ਨੂੰ ਮੱਥਾ ਟੇਕਣ। ਅੱਜ ਮੇਰੇ ਜੀ ਸਾਥੀਓ, ਜੇ ਤੁਹਾਡੇ ਤੇ ਜ਼ਬਰੀ ਆਉਂਦੀ ਹੈ ਤਾਂ ਅੱਜ ਪਤਾ ਲੱਗੇ। ਪਰ ਮੇਰੇ ਜੀ ਸਾਥੀਓ, ਜਿਹੜਾ ਪਰਮੇਸ਼ਰ ਦੇ ਬੰਦੇ ਖੁਦਾ ਦੇ ਨਾਲ ਪਿਆਰ ਕਰਦੇ ਆ, ਉਹ ਕਦੀ ਵੀ ਉਹਦੀ ਮੂਰਤ ਦੇ ਅੱਗੇ ਮੱਥਾ ਨਹੀਂ ਟੇਕਣਗੇ। ਮਰ ਜਾਣਗੇ ਪਰ ਮੱਥਾ ਨਹੀਂ ਟੇਕਣਗੇ। ਫਿਰ ਪਰਮੇਸ਼ਰ ਤੁਹਾਡੀ ਮਦਦ ਕਰੇਗਾ। ਮੇਰੇ ਜੀ ਸਾਥੀਓ, ਖੁਦਾ ਦਾ ਵਚਨ ਜਿਹੜਾ ਸਾਨੂੰ ਸਟਰੋਂਗ ਕਰਦਾ, ਮਜ਼ਬੂਤ ਕਰਦਾ। ਸ਼ੈਤਾਨ ਤੁਹਾਨੂੰ ਲਾਲਚ ਦੇਗਾ, ਮੈਨੂੰ ਮੱਥਾ ਟੇਕ। ਬਾਈਬਲ 'ਚ ਲਿਖਿਆ ਪ੍ਰਭੂ ਨੂੰ ਵੀ ਲਾਲਚ ਦਿੱਤਾ, ਪਰ ਪਰਮੇਸ਼ਰ ਨੇ ਕੀ ਬੋਲਿਆ ਕਿ ਮੈਂ ਇੱਕੇ ਪਰਮੇਸ਼ਰ ਦੀ ਉਪਾਸਨਾ ਕਰਦਾ ਔਰ ਇੱਕੇ ਪਰਮੇਸ਼ਰ ਨੂੰ ਮੰਨਦਾ। ਇਹ ਸ਼ੈਤਾਨ ਮੇਰੇ ਕੋਲੋਂ ਚਲਾ ਜਾ। ਕੀ ਬੋਲਿਆ ਸੀ? ਬਾਈਬਲ 'ਚ ਲਿਖਿਆ ਜਦੋਂ ਉੱਚੀ ਜਗ੍ਹਾ ਤੇ ਪਰਮੇਸ਼ਰ ਨੂੰ ਉੱਚੇ ਪਹਾੜਾਂ ਦੇ ਉੱਤੇ ਦੱਸਿਆ ਕਿ ਸ਼ੈਤਾਨ ਲੈ ਗਿਆ। ਕੀ ਬੋਲਿਆ ਕਿ ਜੇ ਇਹ ਧਰਤੀ ਦੇ ਜਿੰਨੇ ਜਲੋ ਜਲਾਲ ਤੂੰ ਦੇਖ ਲਿਆ, ਮੈਂ ਤੈਨੂੰ ਦੇ ਦਾਂਗਾ, ਮੈਨੂੰ ਨਿਓ ਕੇ ਮੱਥਾ ਟੇਕ। ਮੇਰੇ ਜੀ ਸਾਥੀਓ, ਧਰਤੀ ਆਕਾਸ਼ ਦਾ ਮਾਲਕ ਤੇ ਖੁਦ ਪ੍ਰਭੂ ਹੀ, ਇਹਨੇ ਉਹਨੂੰ ਕੀ ਦੇਣਾ ਸੀ? ਬਾਈਬਲ 'ਚ ਲਿਖਿਆ ਝੂਠਾ ਤੇ ਝੂਠਾ ਦਾ ਪਤੰਦਰ ਆ। ਅੱਜ ਕਿੰਨੇ ਲੋਕ ਝੂਠਾ ਦੇ ਪਤੰਦਰ ਦੀ ਗੱਲ ਮੰਨਦੇ ਆ। ਹੁਣ ਇਸ ਜਗ੍ਹਾ ਤੇ ਜਦ ਪਰਮੇਸ਼ਰ ਦਾ ਵਚਨ ਸੁਣਿਆ, ਉਹ ਜਗ੍ਹਾ ਤੇ ਵੇਖੋ ਪਰਮੇਸ਼ਰ ਨੇ ਸਾਨੂੰ ਸਿਖਾਇਆ ਵਾ ਕਿ ਸਾਨੂੰ ਕਦੀ ਵੀ ਜ਼ਿਆਦਾ ਪਿਓ ਨਹੀਂ ਬਣਾਉਣ ਦੀ ਲੋੜ। ਹੁਣ ਪਲੂਸ ਕੀ ਲਿਖਦਾ? ਕਹਿੰਦਾ ਤੁਹਾਡੇ 10,000 ਉਸਤਾਦ ਹੋ ਸਕਦੇ ਪਰ ਤੁਹਾਡਾ ਪਿਓ ਇੱਕ ਹੀ ਆ। ਅਮੀਨ। ਕਿ ਬਹੁਤ ਸਾਰੇ 10,000 ਪ੍ਰਚਾਰਕ ਹੋ ਸਕਦੇ ਆ, ਪਰ ਉਹਨਾਂ ਵਿੱਚੋਂ ਪਿਓ ਸਾਡਾ ਕੌਣ ਆ? ਇੱਕ ਹੀ ਆ, ਪਰਮੇਸ਼ਰ। ਧੰਨਵਾਦ ਕਰਦਾ ਪਰਮੇਸ਼ਰ। ਇਸ ਕਰਕੇ ਮੇਰੇ ਜੀ ਸਾਥੀਓ, ਪਰਮੇਸ਼ਰ ਮਹਾਨ ਆ, ਉਹਦੀ ਹਜ਼ੂਰੀ ਨੂੰ ਹਮੇਸ਼ਾ ਮਹਿਸੂਸ ਕਰੋ। ਔਰ ਜਿਹਨੇ ਲੋਕ ਵੀਡੀਓ ਦੇਖ ਰਹੇ ਨੇ, ਮੱਤੀ 18:18 'ਚ ਬੰਨੋ ਇਹ ਸ਼ੈਤਾਨ ਦੀਆਂ ਸ਼ਕਤੀਆਂ ਨੂੰ ਜਿਹੜੀਆਂ ਤੁਹਾਨੂੰ ਪ੍ਰੇਰ ਕਰਨ ਤੋਂ ਰੋਕਦੀਆਂ। ਮੱਤੀ 18:18 ਦੁਸ਼ਟਾ, ਤੇਰੀ ਮੈਂ ਸਾਰੀ ਸਾਮਰਥ ਬੰਨਦਾ। ਪ੍ਰਭੂ ਤੁਹਾਡੇ ਐਂਜਲ ਸੁਣ,
ਪਵਿੱਤਰ ਆਤਮਾ ਦੇ ਨਾਮ ਚ ਸੰਤ ਮੀਕਾਇਲ ਜੀ ਦਾ ਸਿਰ ਕੁਚਲ ਦੋ ਯੀਸ਼ੂ ਦੇ ਨਾਮ। ਇਹਦੀ ਗੰਦੀ ਜ਼ਬਾਨ ਵੱਢ ਕੇ ਅਥਾਹ ਕੁੰਡ ਵਿੱਚ ਸੁੱਟ ਦੋ। ਆਮੀਨ। ਸੰਤ ਮੀਕਾਇਲ ਜੀ ਪ੍ਰਭੂ ਯੀਸ਼ੂ ਦੇ ਪਵਿੱਤਰ ਔਰ ਸਾਮਰਥੀ ਨਾਮ ਜਿਹਦਾ ਸਿਰ ਕੁਚਲ ਦੋ ਇਸੇ ਵਕਤ ਪ੍ਰਭੂ ਦੇ ਨਾਮ ਚ। ਇਹਦੇ ਸਿਰ ਨੂੰ ਕੁਚਲੋ ਯੀਸ਼ੂ ਮਸੀਹ ਦੇ ਨਾਮ ਚ। ਜੋ ਗਲਤ ਗੱਲਾਂ ਬੋਲਦਾ, ਉਹ ਡਿਸਟਰਬਿੰਗ ਕਰਦਾ, ਲੋਕਾਂ ਨੂੰ ਡਿਸਟਰਬ ਕਰਦਾ ਹੈ, ਇਹਦਾ ਸਿਰ ਕੁਚਲੋ ਯੀਸ਼ੂ ਦੇ ਨਾਮ ਚ। ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਚ ਐਸੀ ਮਾਰ ਮਾਰੋ, ਇਹਨੂੰ ਮਾਰ ਮਾਰ ਕੇ ਅਧਮਾ ਕਰ ਦੋ ਪਰਮੇਸ਼ਵਰ ਦੇ ਨਾਮ ਚ। ਆਮੀਨ 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 ਹਾਲੇਲੂਇਆ। ਮੇਰੇ ਜੀ ਸਾਥੀਓ, ਜਦੋਂ ਪ੍ਰੀਚਿੰਗ ਪਾਉਣੇ ਇਹਨੂੰ ਜਲਨ ਹੁੰਦੀ ਹੈ, ਸੜਦਾ ਬਹੁਤ ਜ਼ਿਆਦਾ, ਇੰਨਾ ਸੜਦਾ, ਮੈਨੂੰ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਬੜੀ ਕਰਦਾ। ਅੱਜ ਵੇਖੋ ਤੁਸੀਂ ਪਵਿੱਤਰ ਬਾਈਬਲ ਦੁਆਰਾ ਨਡਰ ਹੋ ਰਹੇ ਜੇ, ਦਲੇਰ ਹੋ ਰਹੇ ਜੇ। ਜਿੱਦਾਂ ਨਬੂਦਕ ਨਸਰ ਦੀ ਮੂਰਤੀ ਦੇ ਅੱਗੇ ਸਦਰਕ ਮਿਸਕ ਅਬਦਨਗੋ ਨੇ ਮੱਥਾ ਨਹੀਂ ਟੇਕਿਆ, ਇਹ ਵਿਰੋਧੀ ਆ। ਅਗਲੀ ਸਾਈਡ ਤੇ ਜਦ ਮੈਂ ਪੜਨ ਜਾ ਰਿਹਾ, ਹੁਣ ਇੱਥੇ ਕੀ ਲਿਖਿਆ, ਜਦੋਂ ਇਹਦੇ ਮੈਂ 5 ਨੰਬਰ ਇੱਥੇ ਲਿਖਿਆ, ਜਿਸ ਵੇਲੇ ਤੁਸੀਂ ਬਾਂਸਰੀ, ਤਾਸ਼ੋ, ਸਰੰਗੀ, ਬਰਬਤ, ਬੀਨ ਅਤੇ ਹਰ ਤਰ੍ਹਾਂ ਦੇ ਬਾਜਿਆਂ ਦੀ ਆਵਾਜ਼ ਸੁਣੋ, ਤਦ ਉਸ ਸੋਨੇ ਦੀ ਮੂਰਤ ਅੱਗੇ ਜਿਹਨੂੰ ਨਬੂਦਕ ਨਸਰ ਰਾਜੇ ਨੇ ਖੜਾ ਕੀਤਾ ਹੈ ਡਿੱਗ ਕੇ ਮੱਥਾ ਟੇਕੋ। ਸਮਝ ਲੱਗ ਗਈ ਹੈ ਕਿ ਜਦ ਮੈਜੀਸ਼ੀਅਨ ਵੱਜਣ ਉਸੇ ਵਕਤ ਤੁਸੀਂ ਮੱਥਾ ਕੀ ਕਰਨਾ, ਟੇਕਣਾ। ਜਿੱਦਾਂ 1 2 3 ਜਦ ਮੈਜੀਸ਼ੀਅਨ ਦੀ ਆਵਾਜ਼ ਆਏਗੀ ਤੁਸੀਂ ਸਭ ਨੇ ਮੱਥਾ ਟੇਕਣਾ। ਹੁਣ ਇਹਦੀ ਮੈਂ ਨੰਬਰ 6 ਨੰਬਰ ਐਤ ਪੜਾਂਗਾ। ਹਾਂ, ਅਗਲੀ ਸਾਈਡ ਤੇ 7 ਨੰਬਰ ਇੱਥੇ ਲਿਖਿਆ, ਇਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਤੁਰੀ, ਬਾਂਸਰੀ, ਤਾਸ਼ਾ, ਸਰੰਗੀ, ਬਰਬਤ ਅਤੇ ਹਰ ਪ੍ਰਕਾਰ ਦੇ ਬਾਜਿਆਂ ਦੀ ਆਵਾਜ਼ ਸੁਣੀ, ਤਦ ਸਾਰੇ ਲੋਕਾਂ ਕੌਮਾਂ ਭਾਖਿਆਂ ਨੇ ਡਿੱਗ ਕੇ ਉਸ ਸੋਨੇ ਦੀ ਮੂਰਤ ਅੱਗੇ ਜਿਹੜੀ ਨਬੂਦਕ ਨਸਰ ਰਾਜੇ ਨੇ ਖੜੀ ਕੀਤੀ ਸੀ ਮੱਥਾ ਟੇਕਿਆ। ਲੋਕਾਂ ਨੇ ਟੇਕਿਆ ਮੇਰੇ ਜੀ ਸਾਥੀਓ। ਅੱਜ ਵੀ ਲੋਕ ਝੱਟ ਕਰਕੇ ਦੀ ਗੱਲ ਮੰਨ ਲੈਂਦੇ ਆ, ਪਰ ਮੇਰੇ ਜੀ ਸਾਥੀਓ ਜਿਹੜੇ ਰੱਬ ਦੇ ਬੰਦੇ ਆ ਇਹਦਾ ਸਿਰ ਕੁਚਲ ਦਿੰਦੇ ਆ, ਇਹਦੀ ਗੱਲ ਨਹੀਂ ਮੰਨਦੇ। ਅੱਜ ਮੈਂ ਤੁਹਾਨੂੰ ਦਲੇਰ ਬਣਾਉਣਾ ਚਾਹੁੰਦਾ ਮੇਰੇ ਜੀ ਸਾਥੀਓ। ਤੁਸੀਂ ਜਿਸ ਜਗ੍ਹਾ ਤੇ ਜੇ, ਮੈਂ ਦੇਖਣਾ ਚਾਹੁੰਦਾ ਤੁਹਾਡੇ ਜੀਵਨ 'ਚ ਇੰਨੀ ਦਲੇਰੀ ਦੇਖਣਾ ਚਾਹੁੰਦਾ ਕਿ ਤੁਸੀਂ ਡਰੋ ਨਹੀਂ ਇਹਦੇ ਕੋਲੋਂ। ਇਹਦੀਆਂ ਬੇਦੀਆਂ ਨੂੰ ਢਾ ਦਿਓ, ਇਹਦੇ ਟੁੰਡਾਂ ਨੂੰ ਖਤਮ ਕਰ ਦਿਓ। ਜਦ ਤੁਸੀਂ ਦੂਸਰਾ ਰਾਜਾ ਉਹਦਾ 10 ਅਧਿਆਇ ਪੜੋਗੇ, ਜਦ ਜੇਹੂ ਨੇ ਤੇ ਬਿਆਲ ਦੇ ਪਾਸ਼ਕਾਂ ਨੂੰ ਮਾਰਿਆ, ਹੁਣ ਆਪਾਂ ਲਗਾਤਾਰ 1 ਹਫ਼ਤਾ ਵਚਨ ਸ਼ੁਰੂ ਕਰਾਂਗੇ ਬੁੱਤ ਪੂਜਾ ਤੇ, ਬਿਆਲ ਦੀਆਂ ਮੁੱਢ ਕਿੱਦਾਂ ਖਤਮ ਕਰਨੇ ਆ, ਕਿਉਂਕਿ ਲਗਾਤਾਰ ਪਰਮੇਸ਼ਰ ਤੁਹਾਨੂੰ ਬਲੈਸ ਕਰੇਗਾ ਇਸ ਵਚਨ ਦੁਆਰਾ। ਇਹ ਹੋਲੀ ਸਪਿਰਿਟ ਦੀ ਪ੍ਰੈਜ਼ੈਂਸ ਹੈ ਕਿ ਲੋਕਡਾਊਨ ਦੇ ਵਿੱਚ ਖੁਦਾ ਨੇ ਇੰਨੇ ਵਚਨ ਦਿੱਤੇ, ਇੰਨੇ ਤਰੀਕੇ ਦਿੱਤੇ, ਔਰ ਧੰਨਵਾਦ ਕਰਦਾ ਮੈਂ ਪਰਮੇਸ਼ਰ ਆਪਣੇ ਪਿਤਾ ਦਾ। ਔਰ ਮੇਰੇ ਜੀ ਸਾਥੀਓ, ਪੜ੍ਹਦੇ ਜਾਓ ਹੋਲੀ ਸਪਿਰਿਟ ਦੇ ਨਾਲ, ਪੜ੍ਹਦੇ ਜਾਓ ਦੀ ਹਜ਼ੂਰੀ ਵਿੱਚ, ਪੜ੍ਹਦੇ ਜਾਓ, ਆਪਣੇ ਦਿਲ ਦੀਆਂ ਕਾਮਨਾ ਚਿੰਤਾ ਸਭ ਛੱਡ ਦਿਓ ਤੇ ਬਸ ਪਰਮੇਸ਼ਵਰ ਦੇ ਨਾਲ ਆਪਣਾ ਲਿੰਕ ਬਣਾਓ। ਜਿੰਨਾ ਵੀ ਰਿਸ਼ਤਾ ਤੁਸੀਂ ਕਾਇਮ ਕਰ ਸਕਦੇ ਆਪਣੇ ਪਰਮੇਸ਼ਵਰ ਨਾਲ, ਉਨਾ ਹੀ ਆਪਣੇ ਪ੍ਰਭੂ ਦੇ ਨਾਲ ਕਾਇਮ ਆਪਣਾ ਰਿਸ਼ਤਾ ਬਣਾਓ। ਅਗਲੀ ਸਾਈਡ ਤੇ ਜਦ ਮੈਂ ਪੜ੍ਹਦਾ, ਇਹਦੀ ਮੈਂ 8 ਨੰਬਰ ਜਦ ਪੜਾਂਗਾ। ਅੱਗੇ ਲਿਖਿਆ, ਪਰੰਤੂ ਉਸੇ ਵੇਲੇ ਕਈ ਕਸਦੀਆਂ ਨੇ ਨੇੜੇ ਆ ਕੇ ਯਹੂਦੀਆਂ ਉੱਤੇ ਦੋਸ਼ ਲਾਇਆ। ਅਗਲੀ ਸਾਈਡ ਤੇ ਲਿਖਿਆ, ਉਹਨਾਂ ਨੇ ਨਬੂਦਕ ਨਸਰ ਰਾਜੇ ਨੂੰ ਆਖਿਆ ਕਿ ਹੇ ਮਹਾਰਾਜ, ਸਦਾ ਤਾਈਂ ਜਿਉਂਦਾ ਰਹੋ। ਹੇ ਮਹਾਰਾਜ, ਤੁਸੀਂ ਇੱਕ ਆਗਿਆ ਦਿੱਤੀ ਸੀ ਕਿ ਹਰ ਇੱਕ ਆਦਮੀ ਤੁਰੀ, ਬਾਂਸਰੀ, ਤਾਸ਼ੋ ਤੇ ਬਰਬਤ, ਬੀਨ ਤੇ ਹਰ ਇੱਕ ਪ੍ਰਕਾਰ ਦੇ ਬਾਜੇ ਸੁਣੇ ਤੇ ਡਿੱਗ ਕੇ ਸੋਨੇ ਦੀ ਮੂਰਤ ਅੱਗੇ ਮੱਥਾ ਟੇਕੇ। ਆਮੀਨ। ਇਹਦੀ 11 ਨੰਬਰ ਤੇ ਲਿਖਿਆ, ਅਤੇ ਜੋ ਕੁਝ ਇੱਥੇ ਲਿਖਿਆ, ਅਤੇ ਜੇ ਕੋਈ ਡਿੱਗ ਕੇ ਮੱਥਾ ਨਾ ਟੇਕੇ, ਉਹ ਅੱਗ ਦੀ ਬਲਦੀ ਹੋਈ ਪੱਟੀ ਵਿੱਚ ਸੁੱਟਿਆ ਜਾਵੇਗਾ। ਹੁਣ ਕਈ ਯਹੂਦੀ ਹਨ ਜਿਨ੍ਹਾਂ ਨੂੰ ਤੁਸੀਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਥਾਪਿਆ, ਅਰਥਾਤ ਸਦਰਕ, ਮਿਸ਼ਕ, ਅਬਦਨਗੋ। ਇਹਨਾਂ ਮਨੁੱਖਾਂ ਨੇ, ਅਗਲੀ ਸਾਈਡ ਤੇ ਲਿਖਿਆ, ਇਹਨਾਂ ਮਨੁੱਖਾਂ ਨੇ ਅਗਲੀ ਸਾਈਡ ਤੇ ਲਿਖਿਆ, ਇਹਨਾਂ ਮਨੁੱਖਾਂ ਨੇ ਹੇ ਮਹਾਰਾਜ ਤੁਹਾਡੇ ਆਦਰ ਨਹੀਂ ਕੀਤਾ, ਨਾ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ, ਨਾ ਉਹ ਸੋਨੇ ਦੀ ਮੂਰਤੀ ਦੇ
ਅੱਗੇ ਜਿਹਨੂੰ ਤੁਸੀਂ ਖੜਾ ਕੀਤਾ ਮੱਥਾ ਟੇਕਦੇ। ਆਮੀਨ। ਇੱਥੇ ਦੇਖੋ ਮੇਰੇ ਜੀ ਸਾਥੀਓ, ਇਹ ਖੁਦਾ ਦੇ ਬੰਦੇ ਆ, ਸਦਰਕ ਮਿਸਕ ਅਬਦਨਗੋ। ਇਹ ਜਿਹੜੇ ਲੋਕ ਇਹਨਾਂ ਨੇ ਆਣ ਕੇ ਸ਼ਿਕਾਇਤ ਕੀਤੀ ਰਾਜੇ ਦੇ ਅੱਗੇ। ਕੀ ਕੀਤਾ? ਪਹਿਲੇ ਨੰਬਰ ਤੇ ਕਹਿੰਦਾ ਕਿ ਹੇ ਮਹਾਰਾਜ, ਇਹ ਤੁਹਾਡਾ ਆਦਰ ਨਹੀਂ ਕਰਦੇ, ਕਿਉਂਕਿ ਤੁਹਾਡਾ ਆਰਡਰ ਸੀ ਕਿ ਰਾਜੇ ਦੀ ਉਹ ਮੂਰਤ ਜਿਹੜੀ ਸੋਨੇ ਦੀ ਖੜੀ ਕੀਤੀ ਉਹਦੇ ਅੱਗੇ ਮੱਥਾ ਟੇਕਣਾ, ਪਰ ਇਹਨਾਂ ਮੱਥਾ ਨਹੀਂ ਟੇਕਿਆ। ਨਾ ਹੀ ਇਹ ਤੁਹਾਡੇ ਦੇਵਤਿਆਂ ਦੇ ਅੱਗੇ, ਨਾ ਹੀ ਇਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ। ਇਹ ਕਿਹੜੇ? ਇਹ ਪਰਮੇਸ਼ਵਰ ਦੇ ਬੰਦੇ ਆ ਮੇਰੇ ਜੀ ਸਾਥੀਓ। ਇਹ ਤੁਸੀਂ ਲੋਕ ਜਿਹੜੇ ਖੁਦਾ ਦੇ ਵਚਨ ਨੂੰ ਸੁਣਦੇ, ਤੁਹਾਨੂੰ ਪਤਾ ਲੱਗ ਚੁੱਕਾ ਵਾ ਕਿ ਫਜ਼ੂਲ ਆ, ਇਹਦਾ ਕੋਈ ਫਾਇਦਾ ਨਹੀਂ ਹੈ। ਹਾਂ, ਇੱਥੇ ਲਿਖਿਆ ਨਾ ਹੀ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ, ਨਾ ਹੀ ਸੋਨੇ ਦੀ ਮੂਰਤੀ ਦੇ ਅੱਗੇ ਜਿਹੜੀ ਖੜੀ ਕੀਤੀ ਤੁਸੀਂ ਮੱਥਾ ਟੇਕਿਆ। ਗਾੜੀ ਲਿਖਿਆ 13 ਤੇ ਲਿਖਿਆ ਤਦ ਨਬੂਕਦਨੇਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸਦਰਕ ਮਿਸਕ ਅਤੇ ਅਬਦਨਗੋ ਨੂੰ ਹਾਜ਼ਰ ਕਰੋ। ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਹਾਜ਼ਰ ਕੀਤਾ। ਆਮੀਨ। ਹੁਣ ਇੱਥੇ ਲਿਖਿਆ ਕਿ ਜਦੋਂ ਇਹ ਸ਼ਿਕਾਇਤ ਜਿਹੜੀ ਰਾਜੇ ਦੇ ਕੋਲ ਪਹੁੰਚੀ ਆ ਕਿ 3 ਬੰਦੇ ਦੇ ਨਾਂ ਮਹਾਰਾਜ ਤੁਹਾਡਾ ਆਦਰ ਕੀਤਾ, ਨਾ ਹੀ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਆ, ਤੇ ਨਾ ਹੀ ਇਹਨਾਂ ਤੁਹਾਡੀ ਜਿਹੜੀ ਮੂਰਤੀ ਬਣਾਈ ਉਹਦੇ ਅੱਗੇ ਮੱਥਾ ਟੇਕਿਆ। ਕਿਉਂ ਨਹੀਂ ਟੇਕਿਆ? ਕਿਉਂਕਿ ਉਹਨਾਂ ਦੇ ਅੰਦਰ ਪਰਮੇਸ਼ਵਰ ਦੀ ਗੈਰਤ ਸੀ, ਉਹ ਅਣਖੀ ਪਰਮੇਸ਼ਵਰ ਦੇ ਬੰਦੇ ਸੀ। ਇਸ ਕਰਕੇ ਮੇਰੇ ਜੀ ਸਾਥੀਓ, ਸਾਡੇ ਵਿੱਚ ਇਹ ਅਣਖ ਹੋਣੀ ਚਾਹੀਦੀ ਹੈ। ਅੱਜ ਦੇ ਸਦਰਕ ਮਿਸਕ ਤੁਸੀਂ ਜੇ। ਅੱਜ ਮੈਂ ਕਿੰਨੇ ਲੋਕ ਇਹੋ ਜਿਹੇ ਦੇਖਦਾ, ਜਦੋਂ ਕੋਈ ਬੱਸ ਵਿੱਚ ਚੜ ਜਾਣਗੇ, ਉਹ ਜਿੰਨੀਆਂ ਰਾਜ ਚੀਜ਼ਾਂ ਆਉਣਗੀਆਂ ਉਹਨੇ ਮੱਥਾ ਬਾਰ-ਬਾਰ ਐ ਕਰੀ ਜਾਣਗੇ, ਐ ਕਰੀ। ਕਿੰਨਿਆਂ ਨੂੰ ਮੱਥਾ ਟੇਕਦੇ ਆ ਮੇਰੇ ਜੀ ਸਾਥੀਓ? ਤੁਸੀਂ ਪਰਮੇਸ਼ਵਰ ਦੇ ਬੱਚੇ ਆ। ਔਰ ਜਦ ਫਸਟ ਤੁਸੀਂ ਪੜ੍ਹਦੇ ਜੇ, ਫਸਟ ਜਦੋਂ ਤੁਸੀਂ 10 ਹੁਕਮ ਪੜ੍ਹਦੇ ਜੇ, ਪਹਿਲਾ ਹੁਕਮ ਕੀ ਆ? ਜਦ 10 ਆਗਿਆ ਤੁਸੀਂ ਪੁਰਾਣੇ ਨੇਮ ਦੇ ਵਿੱਚ ਪੜ੍ਹਦੇ ਜੇ, ਜਿਹੜੀਆਂ ਪ੍ਰੋਫਿਟ ਮੂਸਾ ਦੇ ਦੁਆਰਾ ਪਰਮੇਸ਼ਵਰ ਨੇ ਦਿੱਤੀਆਂ, ਉਹ ਜਗ੍ਹਾ ਤੇ ਕੀ ਆ? ਇੱਕੇ ਪਰਮੇਸ਼ਵਰ ਨੂੰ ਮੰਨੋ, ਬੁੱਤਾਂ ਦੀ ਪੂਜਾ ਨਾ ਕਰੋ। ਪਰਮੇਸ਼ਵਰ ਨੇ ਕੀ ਆਗਿਆ ਦਿੱਤੀ? ਇੱਕੇ ਹੀ ਪ੍ਰਭੂ ਨੂੰ ਮੰਨੋ। ਉਹ ਕਿਹੜਾ ਪ੍ਰਭੂ ਆ? ਉਹ ਪਰਮੇਸ਼ਵਰ ਪਿਤਾ, ਪੁੱਤਰ, ਪਵਿੱਤਰ ਆਤਮਾ। ਉਹ ਪ੍ਰਭੂ ਯਹੋਵਾ ਵਾ ਜਿਹਨੂੰ ਅਸੀਂ ਮੰਨਣਾ। ਪਿਤਾ, ਪੁੱਤਰ, ਪਵਿੱਤਰ ਆਤਮਾ, 3। ਇਹ ਤਿੰਨਾਂ ਚੀਜ਼ਾਂ ਨੂੰ, ਪਿਤਾ, ਪੁੱਤਰ ਔਰ ਪਵਿੱਤਰ ਆਤਮਾ। ਪਿਤਾ ਨੇ ਆਪਣੇ ਕੰਮ ਕੀਤੇ, ਉਸ ਤੋਂ ਬਾਅਦ ਬੇਟੇ ਨੇ ਆਪਣੇ ਕੰਮ ਕੀਤੇ, ਔਰ ਇਹ ਸਮਾਂ ਇਹ ਹੋਲੀ ਸਪਿਰਿਟ, ਪਵਿੱਤਰ ਆਤਮਾ ਦਾ ਯੁੱਗ ਹੈ। ਇਸ ਕਰਕੇ ਮੇਰੇ ਜੀ ਸਾਥੀਓ, ਪਿਤਾ, ਪੁੱਤਰ, ਪਵਿੱਤਰ ਆਤਮਾ ਨੂੰ ਹੀ ਅਸੀਂ ਮੰਨਣਾ। ਇਹ ਕੁਛ ਵੀ ਸਾਨੂੰ ਬੋਲੇ, ਸਾਡੇ ਮਨ ਨੂੰ ਭਟਕਾਉਂਦਾ, ਸਾਨੂੰ ਡਿਸਟਰਬ ਕਰਦਾ, ਗੰਦੀਆਂ ਗਾਲਾਂ ਕੱਢਦਾ, ਮਨ ਵਿੱਚ ਖਿੱਚੜਾਉਂਦਾ, ਇਹਦੀ ਕਿਸੇ ਵੀ ਗੱਲ ਵੱਲ ਧਿਆਨ ਨਹੀਂ ਦੇਣਾ। ਜੇ ਇਹਨੂੰ ਡਿਸਟਰਬ ਕਰਨਾ ਚਾਹੁੰਦੇ ਜੇ ਤੇ ਲਗਾਤਾਰ ਬਾਈਬਲ ਪੜ੍ਹਦੇ ਜਾਓ। ਇਹਦੀ ਹਾਰ ਚਾਹੁੰਦੇ ਜੇ ਤੇ ਲਗਾਤਾਰ ਪ੍ਰਭੂ ਦੇ ਵਚਨਾਂ ਦੇ ਨਾਲ ਬਣੇ ਰਹੋ। ਇੱਕ ਇੱਕ ਸਟੋਰੀ ਨੂੰ ਸਮਝੋ। ਅੱਜ ਦੀ ਸਟੋਰੀ ਕੀ ਆ? ਅੱਜ ਦੀ ਸਟੋਰੀ ਤੁਹਾਨੂੰ ਸਟਰੋਂਗ ਕਰੇਗੀ ਕਿ ਜੇ ਸਦਰਕ ਮਿਸਕ ਅਬਦਨਗੋ ਨੇ ਵਿਸ਼ਵਾਸ ਕੀਤਾ ਤੇ ਪਰਮੇਸ਼ਵਰ ਨੇ ਬਲਦੀ ਹੋਈ ਭੱਟੀ 'ਚ ਉਹਨਾਂ ਨੂੰ ਬਚਾਇਆ, ਤਾਂ ਪਰਮੇਸ਼ਵਰ ਮੈਨੂੰ ਬਚਾ ਸਕਦਾ। ਜਿਹੜਾ ਸਦਰਕ ਮਿਸਕ ਅਬਦਨਗੋ ਦਾ ਪਰਮੇਸ਼ਵਰ ਆ, ਉਹੀ ਮੇਰਾ ਪਰਮੇਸ਼ਵਰ ਆ। ਮੇਰੇ ਜੀ ਸਾਥੀਓ, ਇਹ ਸਪੈਸ਼ਲ ਮੈਸੇਜ ਮੈਂ ਕਿਉਂ ਤੁਹਾਨੂੰ ਦੱਸ ਰਿਹਾ ਕਿ ਅੱਜ ਜਿੱਦਾਂ ਸਾਡੇ ਤੇ ਪ੍ਰੋਬਲਮ ਆ ਰਹੀ ਹੈ, ਔਰ ਬਾਈਬਲ 'ਚ ਲਿਖਿਆ ਇੱਕ ਦਿਨ ਇੱਕ ਸਮਾਂ ਆਏਗਾ ਜਦ 666 ਦੀ ਮੋਹਰ ਲੱਗੇਗੀ ਤੁਹਾਡੇ ਹੱਥ ਤੇ, ਔਰ ਬੋਲਣਗੇ ਕਿ ਤੁਹਾਨੂੰ ਖਾਣਾ ਫੇਰ ਮਿਲੇਗਾ ਜੇ ਤੁਸੀਂ ਮੂਰਤੀ ਨੂੰ ਮੱਥਾ ਟੇਕੋਗੇ, ਜੇ ਸਾਡੀ ਉਪਾਸਨਾ ਕਰੋਗੇ। ਔਰ ਬਾਈਬਲ 'ਚ ਲਿਖਿਆ ਉਸ ਵਕਤ ਤੁਹਾਨੂੰ ਇਹ ਵਚਨ ਯਾਦ ਆਏਗਾ ਕਿ ਸਦਰਕ ਮਿਸਕ ਅਬਦਨਗੋ ਨੇ ਰਾਜੇ ਦੇ ਅੱਗੇ ਨਹੀਂ ਝੁਕਿਆ। ਉਹਨਾਂ ਮਰਨਾ ਕਬੂਲ ਕੀਤਾ, ਪਰ ਪਰਮੇਸ਼ਵਰ ਨੇ ਉਹਨਾਂ ਨੂੰ ਮਰ ਨਹੀਂ ਦਿੱਤਾ। ਹੁਣ ਇਹ ਜਗ੍ਹਾ ਤੇ ਜਦ ਅਸੀਂ ਪਰਮੇਸ਼ਵਰ ਦਾ ਵਚਨ ਪੜਿਆ ਕਿ ਰਾਜੇ ਨੂੰ ਵੱਡਾ ਕ੍ਰੋਧ ਆਇਆ, ਉਹਨੂੰ ਗੁੱਸਾ ਆਇਆ, ਗੁੱਸੇ ਵਿੱਚ ਆਣ ਕੇ ਉਹਨੇ ਕੀ ਆਖਿਆ ਕਿ ਹਾਜ਼ਰ ਕਰੋ ਉਹਨਾਂ ਨੂੰ। ਕਿਉਂਕਿ ਉਹ ਜਗ੍ਹਾ ਦੇ ਜਿਹੜੇ ਲੋਕ ਸੀ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਰਾਜਾ ਇਹਨਾਂ ਤੇਰੇ ਹੁਕਮ ਨੂੰ ਨਹੀਂ ਮੰਨਿਆ, ਨਾ ਇਹਨਾਂ ਤੇਰਾ ਆਦਰ ਕੀਤਾ, ਨਾ ਇਹਨਾਂ ਜਿਹੜੀ ਤੂੰ ਮੂਰਤ ਬਣਾਈ ਉਹਦੇ ਅੱਗੇ ਮੱਥਾ ਟੇਕਿਆ, ਨਾ ਇਹ ਤੇਰੇ ਦੇਵਤਿਆਂ ਦੀ ਸੇਵਾ ਕਰਦੇ। ਉਹ ਕਿਉਂ ਸੇਵਾ ਕਰਦੇ? ਅੱਜ ਮੰਨ ਲਓ ਤੁਸੀਂ ਚਰਚ ਵਿੱਚ ਆਉਂਦੇ ਜੀ, ਬਾਈਬਲ 'ਚ ਲਿਖਿਆ ਇੱਕ ਨੌਕਰ 2 ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਇੱਕ ਪਿਆਲਾ, ਇੱਕ ਬੰਦਾ 2 ਪਿਆਲੇ ਨਹੀਂ ਲੈ ਸਕਦਾ। ਦੱਸੋ ਭੂਤਾਂ ਦਾ ਪਿਆਲਾ ਤੇ ਪ੍ਰਭੂ ਦੇ ਪਿਆਲੇ ਦੋਨਾਂ ਸਾਂਝੀ ਨਹੀਂ ਹੋ ਸਕਦਾ। ਆਪਣੇ ਅੰਦਰ ਦੀ ਮਿਲਾਵਟ ਨੂੰ ਕੱਢੋ ਮੇਰੇ ਜੀ ਸਾਥੀ। ਜੇ ਮਿਲਾਵਟ ਹੈ ਤੈਨੂੰ ਅੰਦਰੋਂ ਕੱਢਣ ਦੀ ਲੋੜ ਆ, ਕਿਉਂਕਿ ਪਰਮੇਸ਼ਵਰ ਮਿਲਾਵਟ ਵਾਲਾ ਨਹੀਂ ਹੈ। ਪਰਮੇਸ਼ਵਰ ਸਾਡਾ ਰੀਅਲ ਸੱਚਾ ਪਰਮੇਸ਼ਵਰ ਆ। ਇਸ ਕਰਕੇ ਅੱਜ ਦਾ ਸਪੈਸ਼ਲ ਮੈਸੇਜ ਇਹੀ ਆ ਕਿ ਅੱਜ ਦੇ ਵਚਨ 'ਚ ਤੁਸੀਂ ਕੀ ਸਿੱਖਣ ਜਾ ਰਹੇ ਕਿ ਸਦਰਕ ਮਿਸਕ ਦਾ ਵਿਸ਼ਵਾਸ ਸਾਡੇ ਜੀਵਨ 'ਚ ਬੜੇ। ਜਿਸ ਤਰ੍ਹਾਂ ਪ੍ਰਭੂ ਦੇ ਦਾਸਾਂ ਨੇ ਉਹਦੀ ਮੂਰਤ ਨੂੰ ਮੱਥਾ ਨਹੀਂ ਟੇਕਿਆ, ਅਸੀਂ ਵੀ ਪ੍ਰਭੂ ਸਿਰਫ ਤੁਹਾਨੂੰ ਮੱਥਾ ਟੇਕਾਂਗੇ। ਅਸੀਂ ਸ਼ੈਤਾਨ ਦੀ ਕਿਸੇ ਵੀ ਗੱਲ ਨੂੰ ਨਹੀਂ ਮੰਨਾਂਗੇ। ਉਹ ਸਾਨੂੰ ਲਾਲਚ ਦੇਵੇ ਖਾਣ ਦਾ, ਲਾਲਚ ਦੇਵੇ ਪੈਸੇ ਦਾ, ਲਾਲਚ ਦੇਵੇ ਕਿਸੇ ਵੀ ਚੀਜ਼ ਦਾ, ਅਸੀਂ ਉਹਦੀ ਮੂਰਤ ਵੱਲ ਬਿਲਕੁਲ ਧਿਆਨ ਨਹੀਂ ਦੇਵਾਂਗੇ। ਮੇਰੇ ਜੀ ਸਾਥੀਓ, ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ। ਤੁਸੀਂ ਇਹ ਨਾ ਸੋਚੋ ਕਿ ਮਸੀਹ ਵਿੱਚ ਚੱਲਣ 'ਚ ਮੁਸੀਬਤ ਨਹੀਂ ਆਉਂਦੀਆਂ ਵਾ,
ਬਾਈਬਲ ਦੇ ਵਿੱਚ ਲਿਖਿਆ, ਜਦ ਜ਼ਬੂਰ 34 ਦੀ 19 ਐਤ ਪੜ੍ਹਦੇ, ਉੱਥੇ ਲਿਖਿਆ ਧਰਮੀ ਤੇ ਮੁਸੀਬਤਾਂ ਆਉਂਦੀਆਂ, ਪਰ ਹਰੇਕ ਮੁਸੀਬਤ ਤੋਂ ਪਰਮੇਸ਼ਰ ਉਹਨੂੰ ਕੀ ਕਰਦਾ? ਬਚਾਉਂਦਾ ਹੈ। ਆਮੀਨ। ਮੈਂ ਅਗਲੀ ਸਾਈਡ ਤੇ ਪੜਾਂਗਾ, 14 ਨੰਬਰ ਐਤ ਨੂੰ ਪੜਾਂਗਾ। ਇੱਥੇ ਲਿਖਿਆ, ਨਬੂਕਦ ਨਸਰ ਨੇ ਉਹਨਾਂ ਨੂੰ ਆਖਿਆ, ਹੇ ਸਦਰਕ ਮੀਸਕ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਸੇਵਾ ਨਹੀਂ ਕਰਦੇ ਹੋ, ਅਤੇ ਨਾ ਉਹ ਸੋਨੇ ਦੀ ਮੂਰਤੀ ਜਿਹਨੂੰ ਮੈਂ ਖੜਾ ਕੀਤਾ ਮੱਥਾ ਟੇਕਿਆ? ਇਹ ਕੀ ਆ? ਇਹ ਬੰਦਿਆਂ ਨੇ ਜਾ ਕੇ ਸ਼ਿਕਾਇਤ ਕੀਤੀ ਹੈ। ਅੱਜ ਵੀ ਕਿੰਨੇ ਲੋਕ ਸ਼ਿਕਾਇਤ ਕਰਦੇ ਆ। ਪਰ ਮੇਰੇ ਜੀ ਸਾਥੀਓ, ਅੱਜ ਸਾਨੂੰ ਇੱਥੋਂ ਕੀ ਸਿੱਖਣ ਵਾਸਤੇ ਮਿਲ ਰਿਹਾ? ਕੋਈ ਜਿੰਨੀ ਮਰਜ਼ੀ ਸ਼ਿਕਾਇਤ ਕਰੇ, ਇੱਥੇ ਆਣ ਕੇ ਤੁਹਾਨੂੰ ਪਤਾ ਲੱਗਣਾ ਕਿ ਪਰਮੇਸ਼ਵਰ ਤੁਹਾਡੇ ਨਾਲ ਆ। ਹੁਣ ਇਹ ਜਿਹੜਾ ਰਾਜਾ ਵਾ, ਨਬੂਕਦ ਨਸਰ ਰਾਜਾ, ਕੀ ਕਹਿ ਰਿਹਾ? ਇਹ ਸਦਰਕ ਮੀਸਕ ਅਬਦਨਗੋ, ਜਿਹੜੀ ਮੈਂ ਤੁਹਾਡੇ ਬਾਰੇ ਗੱਲ ਸੁਣ ਰਿਹਾ, ਸੱਚ ਆ ਕਿ ਤੁਸੀਂ ਮੇਰੇ ਦੇਵਤਿਆਂ ਨੂੰ ਮੱਥਾ ਨਹੀਂ ਟੇਕਦੇ ਤੇ ਨਾ ਮੇਰੇ ਹੁਕਮ ਨੂੰ ਮੰਨਦੇ ਜੇ? ਸ਼ੈਤਾਨ ਦੇ ਲੋਕ ਸਾਨੂੰ ਕੁਝ ਵੀ ਕਹਿਣਾ ਸੀ, ਕਦੀ ਨਹੀਂ ਮੰਨਣਾ। ਅੱਜ ਦਾ ਮੈਸੇਜ ਸਾਨੂੰ ਸਟਰੋਂਗ ਕਰਦਾ। ਕਿਸ ਤਰ੍ਹਾਂ ਦੀ ਵੀ ਸਾਡੇ ਤੇ ਕੋਈ ਪ੍ਰੋਬਲਮ ਖੜੀ ਹੋ ਜੇ, ਪਰ ਅਸੀਂ ਕਦੀ ਵੀ ਅਸੀਂ ਇਸ ਵਚਨ ਨੂੰ ਪੜਾਂਗੇ। ਇਹ ਵਚਨ ਮੇਰੇ ਜੀ ਸਾਥੀਓ, ਮੇਰਾ ਪਾਉਣ ਦਾ ਮੇਨ ਮੁੱਦਾ ਕੀ ਆ? ਕਿ ਤੁਸੀਂ ਕਦੀ ਵੀ ਕਿਸੇ ਮੂਰਤ ਦੇ ਅੱਗੇ ਮੱਥਾ ਨਹੀਂ ਟੇਕਣਾ। ਬਾਈਬਲ 'ਚ ਲਿਖਿਆ, ਮੂਰਤ ਮਰੇ ਦੀ ਆ, ਸਾਡਾ ਪਰਮੇਸ਼ਵਰ ਜੀਵਤ ਆ। ਉਹ ਆਪਣੇ ਵਾਅਦੇ ਦੇ ਅਨੁਸਾਰ ਤੀਸਰੇ ਦਿਨ ਮੁਰਦਿਆਂ 'ਚੋਂ ਜੀ ਉੱਠਿਆ ਸੀ। ਜੀਵਤ ਪ੍ਰਭੂ ਨੂੰ ਮੰਨਦੇ ਆ। ਉਹ ਏਲੀਆ ਦਾ ਪਰਮੇਸ਼ਵਰ, ਜਦ ਏਲੀਆ ਨੇ ਬੋਲਿਆ ਕਿ ਪਰਮੇਸ਼ਵਰ ਮੈਂ ਤੇਰੇ ਵਚਨ ਅਨੁਸਾਰ ਕੀਤਾ, ਜਦ ਬਿਆਲ ਦੇ ਪੁਜਾਰੀਆਂ ਦੇ ਨਾਲ ਸ਼ਰਤ ਲੱਗੀ ਏਲੀਆ ਦੀ, ਔਰ ਬਾਈਬਲ 'ਚ ਲਿਖਿਆ, ਪਰਮੇਸ਼ਵਰ ਦੇ ਦਾਸ ਨੇ ਵੇਦੀ ਟੁੱਟੀ ਦੀ ਮੁਰੰਮਤ ਕੀਤੀ। ਉਹ ਟੋਏ ਪਟਵਾਏ, ਪਾਣੀ ਪਾਇਆ, ਉਹ ਬਲਦ ਕੱਟ ਕੇ ਜਦ ਉਹਦੇ ਉੱਪਰ ਰੱਖਿਆ, ਜਦ ਬਲੀ ਚੜਾਉਣ ਲੱਗਾ ਪਰਮੇਸ਼ਵਰ, ਉਹਨੇ ਕੀ ਬੋਲਿਆ? ਕਿ ਤੁਸੀਂ ਅੱਗ ਨਹੀਂ ਲਾਉਣੀ। ਜਿਹੜਾ ਪਰਮੇਸ਼ਵਰ ਅੱਗ ਦੇ ਨਾਲ ਉੱਤਰ ਦਿੰਦਾ, ਉਹੀ ਸੱਚਾ ਪਰਮੇਸ਼ਵਰ ਹੋਏਗਾ। ਮੇਰੇ ਜੀ ਸਾਥੀਓ, ਪਰਮੇਸ਼ਵਰ ਨੇ ਅੱਗ ਦੇ ਨਾਲ ਉੱਤਰ ਦਿੱਤਾ। ਉਸਨੇ ਕੀ ਬੋਲਿਆ? ਕਿ ਅਬਰਾਹਮ, ਇਸਾਕ, ਯਾਕੂਬ ਦੇ ਪਰਮੇਸ਼ਵਰ, ਇਹ 12 ਗੋਤਾਂ, ਇਹ 12 ਪੱਥਰ ਪਰਮੇਸ਼ਵਰ, ਇਹ ਸਬੂਤ ਆ। ਔਰ ਬਾਈਬਲ 'ਚ ਲਿਖਿਆ, ਉਸਨੇ ਕੀ ਬੋਲਿਆ? ਅਬਰਾਹਮ, ਇਸਾਕ, ਯਾਕੂਬ ਦੇ ਪਰਮੇਸ਼ਵਰ, ਮੈਂ ਤੇਰੇ ਵਚਨ ਦੇ ਅਨੁਸਾਰ ਕੀਤਾ। ਤੇ ਬਾਈਬਲ 'ਚ ਲਿਖਿਆ, ਜਦ ਉਸਨੇ ਬੋਲਿਆ ਕਿ ਪਰਮੇਸ਼ਰ, ਅੱਜ ਇਹਨਾਂ ਨੂੰ ਪਤਾ ਲੱਗ ਜੇ ਕਿ ਤੂੰ ਸੱਚਾ ਪਰਮੇਸ਼ਰ ਆ, ਤੂੰ ਜਿਉਂਦਾ ਪਰਮੇਸ਼ਰ ਆ, ਬਾਈਬਲ 'ਚ ਲਿਖਿਆ, ਉਸੇ ਵਕਤ ਅੱਗ ਆਈ ਤੇ ਸਾਰਬ ਦਾ ਨਾਸ਼ ਕਰ ਗਈ। ਉਸੇ ਵਕਤ ਬਲੀ ਨੂੰ ਚੱਟ ਗਈ। ਉਸੇ ਵਕਤ ਲਿਖਿਆ 450 ਨਬੀ ਬਿਆਲ ਦਾ, ਔਰ 400 ਨਬੀ ਟੋਟਲ ਮਿਲਾ ਕੇ ਇਹਨਾਂ ਨੂੰ ਬਾਈਬਲ ਦੇ ਵਿੱਚ ਦੱਸਿਆ ਕਿ ਏਲੀਆ ਨੇ ਕਿਹਾ, ਨਾਲੇ ਦੇ ਨੀਚੇ ਕੱਢ ਕੇ ਤੇ ਸਾਰਿਆਂ ਨੂੰ ਮਾਰ ਦਿੱਤਾ। ਏਲੀਆ ਦੇ ਲੋਕਾਂ ਨੂੰ ਕੀ ਬੋਲਿਆ? ਕਿ ਇਹਨਾਂ ਵਿੱਚੋਂ ਇੱਕ ਵੀ ਬੰਦਾ ਬਚ ਕੇ ਜਾਣਾ ਨਹੀਂ ਚਾਹੀਦਾ। ਕਿਉਂਕਿ ਮੇਰੇ ਜੀ ਸਾਥੀਓ, ਆ ਬਹੁਤ ਸਾਰੇ ਲੋਕ ਜਿਹੜਾ ਜੀ ਲੋਕਾਂ ਨੂੰ ਭੁਲੇਖਿਆਂ ਵਿੱਚ ਪਾ ਰਹੇ ਨੇ। ਹੁਣ ਇਹ ਜਗ੍ਹਾ ਤੇ ਅਸੀਂ ਵਚਨ ਨੂੰ ਦੇਖ ਰਹੇ, ਔਰ ਏਲੀਆ ਦੇ ਸਮੇਂ ਵੀ ਪਰਮੇਸ਼ਰ ਉੱਤਰ ਦਿੰਦਾ ਸੀ ਅੱਗ ਦੇ ਨਾਲ, ਫਾਇਰ ਦੇ ਨਾਲ। ਅੱਜ ਵੀ ਤੁਸੀਂ ਜਦ ਫਾਇਰ ਰਿਲੀਜ਼ ਕਰਦੇ, ਦੁਸ਼ਟ ਦੀਆਂ ਚਾਂਗਰਾਂ ਨਿਕਲਦੀਆਂ, ਪਰ ਫਾਇਰ ਸਿਰਫ ਉਹਨਾਂ ਲੋਕਾਂ ਦੇ ਜੀਵਨ 'ਚ ਆਏਗੀ ਜਿਹੜੇ ਲੋਕ ਇੱਕ ਹੀ ਪ੍ਰਭੂ ਨੂੰ ਮੰਨਦੇ। ਜੇ ਤੁਹਾਡੇ ਪ੍ਰਭੂ ਪਤਾ ਨਹੀਂ ਕਿੰਨੇ ਗਿਆ, ਤੇ ਫਿਰ ਪ੍ਰਭੂ ਤੁਹਾਡੇ ਨਾਲ ਕਦੀ ਗੱਲ ਨਹੀਂ ਕਰੇਗਾ, ਕਿਉਂਕਿ ਉਹ ਕਹਿੰਦਾ ਮੈਂ ਇੱਕੋ ਪਰਮੇਸ਼ਵਰ ਹਾਂ, ਔਰ ਤੁਹਾਡੇ ਸਨਮੁਖੋਂ ਦੂਜਾ ਪਰਮੇਸ਼ਵਰ ਨਹੀਂ ਹੋਣਾ ਚਾਹੀਦਾ। ਆਮੀਨ। ਔਰ ਬਾਈਬਲ 'ਚ ਲਿਖਿਆ, ਉਕਰੀ ਮੂਰਤ ਅੱਗੇ ਮੇਰੇ ਸਨਮੁਖ ਉਕਰੀ ਮੂਰਤ ਨਾ ਬਣਾ, ਨਾ ਉਹਨੂੰ ਮੱਥਾ ਟੇਕ, ਨਾ ਹੀ ਉਹਦੀ ਪੂਜਾ ਕਰ। ਇਹ ਸਾਨੂੰ ਪੁਰਾਣੇ ਨਿਯਮ ਬਾਰ-ਬਾਰ ਸਿਖਾਉਂਦਾ। ਪੁਰਾਣਾ ਨਿਯਮ ਸਾਰਾ ਬੁੱਤ ਪੂਜਾ ਦੇ। ਤੁਸੀਂ ਇਹ ਤੋਂ ਲੈ ਕੇ ਜੈਡ ਤੱਕ ਜਰਮੀਆਂ ਦੀ ਕਿਤਾਬ ਪੜ੍ਹ ਲਓ, ਯਸ਼ਾਇਆ ਪੜ੍ਹ ਲਓ, ਆਮੋਸ ਪੜ੍ਹ ਲਓ, ਜਿੰਨੇ ਵੀ ਚੈਪਟਰ ਪੁਰਾਣੇ ਪੜ੍ਹੋਗੇ ਤੁਹਾਨੂੰ ਬਾਰ-ਬਾਰ ਬੁੱਤ ਪੂਜਾ ਬਾਰੇ ਦੱਸੇਗਾ। ਇਹ ਕੰਮ ਨਹੀਂ ਕਰਨਾ। ਸੁਲੇਮਾਨ ਨੇ ਇੰਨੀ ਗਲਤੀਆਂ ਕੀਤੀਆਂ, ਵੇਖੋ ਉਹਨੇ ਬੁੱਤ ਬਣਾਏ, ਬੁੱਤਾਂ ਦੀ ਬਾਅਦ 'ਚੋਂ ਰਾਣੀਆਂ, ਜਦੋਂ ਉਹਦੇ ਕੋਲ ਮੰਨ ਲਓ ਉਹਨੇ 700 ਰਾਣੀ ਦੇ ਨਾਲ ਵਿਆਹ ਕੀਤਾ, ਪ੍ਰਭੂ ਨਾਰਾਜ਼ ਨਹੀਂ ਸੀ। ਪਰ ਜਦੋਂ ਰਾਣੀਆਂ ਦੇ ਮਗਰ ਲੱਗ ਕੇ ਉਹਨੇ ਬੁੱਤਾਂ ਦੀ ਪੂਜਾ ਕੀਤੀ, ਉਸੇ ਵਕਤ ਪ੍ਰਭੂ ਨੇ ਉਹਦਾ ਨਾਸ਼ ਕਰ ਦਿੱਤਾ। ਬਾਈਬਲ 'ਚ ਲਿਖਿਆ, ਅਦੋਮ ਦੇ ਵਿੱਚੋਂ ਬੰਦਾ ਭੇਜਿਆ ਜਿਹਨੇ ਉਹਦਾ ਨਾਸ਼ ਕੀਤਾ। ਸਭ ਤੋਂ ਵੱਧ ਬੁੱਧੀਮਾਨ ਔਰ ਸਭ ਤੋਂ ਵੱਧ ਧਨੀ ਸੀ, ਪਰ ਕਾਰਨ ਗਲਤੀ ਉਹਦੇ ਕੋਲ ਵੀ ਹੈ। ਮੇਰੇ ਜੀ ਸਾਥੀਓ, ਬਾਈਬਲ ਸਾਨੂੰ ਕੀ ਸਿਖਾਉਂਦੀ ਆ? ਕਿ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ, ਅਸੀਂ ਇਹਨਾਂ ਗਲਤੀਆਂ ਨੂੰ ਨਹੀਂ ਕਰਨਾ, ਔਰ ਪਰਮੇਸ਼ਰ ਕੋਲ ਡਰਨਾ ਕਿ ਪ੍ਰਭੂ ਅਸੀਂ ਬੱਚੇ ਆ, ਅਸੀਂ ਬਚ ਨਹੀਂ ਸਕਦੇ ਜਦ ਤੱਕ ਤੂੰ ਸਾਨੂੰ ਨਾ ਬਚਾਵੇ। ਪਰ ਮੇਰੇ ਜੀ ਸਾਥੀ, ਵਚਨ ਪਾਉਣ ਦਾ ਮੇਰਾ ਮੇਨ ਮੁੱਦਾ ਕੀ ਆ? ਕਿ ਤੁਸੀਂ ਕਿਸੇ ਵੀ ਮੂਰਤ ਅੱਗੇ ਮੱਥਾ ਨਹੀਂ ਟੇਕਣਾ, ਕਿਤੇ ਵੀ ਪ੍ਰਸ਼ਾਦ ਨਹੀਂ ਖਾਣਾ, ਕਿਸੇ ਦੇ ਅੱਗੇ ਜਾ ਕੇ ਨਹੀਂ ਝੁਕਣਾ, ਕਿਉਂਕਿ ਸਿਰਫ ਸਾਡਾ ਲਾਰਡ ਪਰਮੇਸ਼ਵਰ ਹੈ, ਜਿਹਦੇ ਅੱਗੇ ਝੁਕਣਾ ਉਹੀ ਪਰਮੇਸ਼ਵਰ ਆ, ਉਹੀ ਜੀਵਤ ਪਰਮੇਸ਼ਵਰ ਆ। ਉਹਦੇ ਕੋਲ ਜੋ ਮੰਗੋਗੇ ਦੇਗਾ ਤੁਹਾਨੂੰ। ਆਮੀਨ। ਉਹ ਦਇਆ ਦਾ ਸਾਗਰ ਆ, ਉਹ ਦਇਆ ਦਾ ਧਨੀ ਆ। ਉਹ ਮੰਗਣ ਤੋਂ ਪਹਿਲੇ ਹੀ ਜਾਣਦਾ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ। ਆਮੀਨ। ਅਗਲੀ ਸਾਈਡ ਤੇ ਮੇਰੇ ਜੀ ਸਾਥੀ ਮੈਂ ਵਚਨ ਪੜਾਂਗਾ। ਹੁਣ ਅਗਲੀ ਸਾਈਡ ਤੇ ਜਦ ਮੇਰੀ 15 ਨੰਬਰ ਐਤ ਪੜ੍ਹਦੇ ਤੇ ਲਿਖਿਆ, ਹੁਣ ਜੇ ਤੁਸੀਂ
ਤਿਆਰ ਹੋ ਤਾਂ ਜਿਸ ਵੇਲੇ ਤੁਸੀਂ ਤੁਰੀ ਬਾਂਸਰੀ ਤਾਸ਼ਾ ਸਰੰਗੀ ਬਰਬਤ ਬੀਨ ਅਤੇ ਹਰ ਪ੍ਰਕਾਰ ਦੇ ਬਾਜਿਆਂ ਦੀ ਆਵਾਜ਼ ਸੁਣੋ ਤਾਂ ਤੁਸੀਂ ਡਿੱਗ ਕੇ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਮੱਥਾ ਟੇਕੋ ਤਾਂ ਚੰਗਾ ਹੈ। ਪਰ ਜੇਕਰ ਤੁਸੀਂ ਮੱਥਾ ਨਾ ਟੇਕਿਆ ਤਾਂ ਉਸ ਘੜੀ ਉਸੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਤਾਂ ਉਹ ਦੇਵਤਾ ਜਿਹੜਾ ਹੈ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ। ਆਮੀਨ। ਹੁਣ ਵੇਖੋ ਰਾਜਾ ਕੀ ਕਹਿ ਰਿਹਾ। ਰਾਜਾ ਆਪਣੇ ਤਰੀਕੇ ਨਾਲ ਕਹਿ ਰਿਹਾ ਹੁਣ ਤੁਸੀਂ ਤਿਆਰ ਹੋ ਜਾਓ। ਫਿਰ ਕਹਿ ਰਿਹਾ ਕਿ ਇਹਨੂੰ ਸਦਰਕ ਮਿਸਤਕ ਅਬਦਨਗੋ ਨੂੰ ਕਿ ਜੇ ਤੁਸੀਂ ਝੁਕ ਕੇ ਮੱਥਾ ਨਾ ਟੇਕਿਆ ਤਾਂ ਦੱਸਾਂ ਕਿ ਉਹ ਅੱਗ ਦੀ ਭੱਠੀ ਆ, ਉਹਦੇ ਵਿੱਚ ਮੈਂ ਤੁਹਾਨੂੰ ਸੁੱਟ ਦਾਂਗਾ। ਫਿਰ ਮੈਂ ਵੇਖਾਂਗਾ ਤੁਹਾਨੂੰ ਕਿਹੜਾ ਦੇਵਤਾ ਜਿਹੜਾ ਮੇਰੇ ਹੱਥੋਂ ਛੁਡਾ ਸਕੇ। ਹੁਣ ਰਾਜੇ ਨੂੰ ਨਹੀਂ ਪਤਾ ਪਰਮੇਸ਼ਵਰ ਦੇ ਬਾਰੇ, ਕਿਉਂਕਿ ਰਾਜਾ ਆਪਣੇ ਆਪ ਨੂੰ ਪਰਮੇਸ਼ਵਰ ਸਮਝ ਰਿਹਾ, ਆਪਣੀ ਮੂਰਤ ਖੜੀ ਕਰਕੇ ਕਰ ਰਿਹਾ। ਅੱਜ ਮੇਰੇ ਜੀ ਸਾਥੀਓ ਕਿੰਨੇ ਲੋਕ ਭੁਲੇਵਿਆਂ 'ਚ ਨੇ ਜਿਹੜੇ ਲੋਕ ਬੰਦੇ ਨੂੰ ਮੰਨੀ ਜਾਂਦੇ ਨੇ। ਬੱਚੇ ਨੋਟ ਕਰੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹਿਜ਼ਕੀਏਲ 28 ਦੇ ਆਏ, ਯਸ਼ਾਇਆ 14 ਦੇ ਆਏ। ਇਹ 2 ਚੈਪਟਰ ਤੁਸੀਂ ਕੰਪਲੀਟ ਕਰਨੇ ਆਪਣੇ ਘਰਾਂ 'ਚ ਬੈਠ ਕੇ, ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਸ਼ੈਤਾਨ ਕੀ ਕਹਿੰਦਾ ਹੈ ਪ੍ਰਭੂ ਨੂੰ ਕਿ ਮੈਂ ਤੇਰੇ ਤਾਰਿਆਂ ਦੇ ਉੱਪਰ ਸਿੰਘਾਸਨ ਬਣਾਵਾਂਗਾ। ਔਰ ਬਾਈਬਲ 'ਚ ਲਿਖਿਆ ਜਦ ਸਵਰਗੀ ਜੰਗ ਹੋਈ ਆ ਉਸੇ ਵਕਤ ਇਹਨੂੰ ਥੱਲੇ ਸੁੱਟਿਆ ਗਿਆ। ਮੇਰੇ ਜੀ ਸਾਥੀਓ ਪਰਮੇਸ਼ਵਰ ਆ। ਜਦ ਇਹ 2 ਚੈਪਟਰ ਤੁਸੀਂ ਕੰਪਲੀਟ ਕਰੋਗੇ ਨਾ ਤੁਹਾਨੂੰ ਪਤਾ ਲੱਗੇਗਾ। ਅੱਜ ਸ਼ੈਤਾਨ ਵੀ ਤੁਹਾਨੂੰ ਬਾਈਬਲ ਦੇ ਵਿੱਚੋਂ ਪੁੱਛੇਗਾ, ਬਾਈਬਲ 'ਚ ਹੀ ਗੱਲਾਂ ਕਰੇਗਾ। ਪਰ ਮੇਰੇ ਜੀ ਸਾਥੀਓ ਹੋਲੀ ਸਪਿਰਿਟ ਜਿਹਦੇ ਨਾਲ ਆ, ਆਤਮਾ ਦੀ ਗਵਾਹੀ ਉਹਦੇ ਕੋਲ ਆ, ਉਹ ਡਰਦਾ ਨਹੀਂ ਇਹਦੇ ਕੋਲ ਸ਼ੈਤਾਨ ਕੋਲ। ਹੁਣ ਵੇਖੋ ਰਾਜੇ ਨੇ ਫਿਰ ਉਹਨਾਂ ਨੂੰ ਕੀ ਆਖਿਆ, ਕੀ ਬੋਲਿਆ ਕਿ ਹੁਣ ਤੁਸੀਂ ਦੂਸਰੀ ਵਾਰ ਕੀ ਕਰਨਾ, ਮੇਰੀ ਮੂਰਤ ਨੂੰ ਕੀ ਕਰੋ। ਜਦੋਂ ਮੂਰਤ ਮੈਂ ਖੜੀ ਕੀਤੀ ਆ, ਜਦ ਤਾਸ਼ੇ ਬਰਬਤ ਬੀਨ ਸਰੰਗੀ ਜਦੋਂ ਮਿਊਜ਼ੀਸ਼ੀਅਨ ਫਿਰ ਵੱਜਣਗੇ ਤੁਸੀਂ ਸਾਰੇ ਝੁਕ ਕੇ ਮੱਥਾ ਟੇਕਣਾ। ਤੇ ਜੇ ਤੁਸੀਂ ਮੱਥਾ ਨਾ ਡਿੱਗੇ ਤੇ ਮੇਰੇ ਕੋਲ ਆਪ ਬਲਦੀ ਹੋਈ ਅੱਗ ਦੇ ਵਿੱਚ ਮੈਂ ਤੁਹਾਨੂੰ ਸੁੱਟਾਂਗਾ। ਤੇ ਫਿਰ ਮੈਂ ਵੇਖਾਂਗਾ ਕਿਹੜਾ ਦੇਵਤਾ ਜਿਹੜਾ ਤੁਹਾਨੂੰ ਮੇਰੇ ਤੋਂ ਛੁਡਾ ਸਕੇ। ਪਰ ਪਰਮੇਸ਼ਵਰ ਜਿਨ੍ਹਾਂ ਨੂੰ ਸਦਰਕ ਮਿਸਕ ਅਬਦਨਗੋ ਮੰਨਦੇ ਸੀ, ਰਾਜਾ ਨਹੀਂ ਸੀ ਜਾਣਦਾ ਕਿ ਉਹ ਕੌਣ ਪਰਮੇਸ਼ਵਰ ਆ। ਉਹ ਅੱਗ ਚੋਂ ਬਚਾਉਣ ਦੀ ਸਾਮਰਥ ਰੱਖਦਾ। ਮੇਰੇ ਜੀ ਸਾਥੀਓ ਇਹ ਵਚਨ ਬੜਾ ਗਹਿਰਾ ਹੁੰਦਾ ਜਾ ਰਿਹਾ ਕਿ ਜਦ ਇਹ ਵਚਨ ਤੁਹਾਡੇ ਜੀਵਨ ਦੇ ਵਿੱਚ ਆਏਗਾ ਤੁਹਾਡੇ ਜੀਵਨ ਨੂੰ ਬਦਲ ਕੇ ਰੱਖੇਗਾ। ਤੁਸੀਂ ਬਦਲ ਜਾਓਗੇ, ਦੂਸਰਿਆਂ ਨੂੰ ਬਦਲ ਦੋਗੇ। ਕੋਈ ਬੰਦਾ ਮੂਰਤੀ ਤੇ ਵਿਸ਼ਵਾਸ ਨਹੀਂ ਕਰੇਗਾ। ਅੱਜ ਕਿਉਂ ਹੋ ਰਿਹਾ? ਕਿਉਂਕਿ ਲੋਕਾਂ ਦੇ ਅੰਦਰ ਵਚਨ ਨਹੀਂ ਆ। ਤਾਂ ਹੀ ਬਾਈਬਲ ਦੇ ਵਿੱਚ ਲਿਖਿਆ ਕਿ ਗਿਆਨ ਨਾ ਹੋਣ ਕਰਕੇ ਮੇਰੀ ਪ੍ਰਜਾ ਦਾ ਨਾਸ਼ ਹੋ ਰਿਹਾ। ਅੱਜ ਕਿਉਂ ਲੋਕ ਮਰ ਰਹੇ ਨੇ? ਮੈਂ ਐਸੇ ਲੋਕਾਂ ਨੂੰ ਦੇਖ ਰਿਹਾ, ਪ੍ਰਭੂ ਜੀ ਮੈਨੂੰ ਦੱਸ ਰਹੇ ਕਿ ਜਿਹੜੇ ਲੋਕ ਪਵਿੱਤਰ ਬਾਈਬਲ ਦੇ ਉੱਤੇ ਵਿਸ਼ਵਾਸ ਬੇਹੱਦ ਕਰ ਰਹੇ ਨੇ। ਔਰ ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਦਾ ਵਿਸ਼ਵਾਸ ਵੱਧ ਰਹੇ ਨੇ। ਉਹਨਾਂ ਨੂੰ ਸਮਝ ਲੱਗ ਰਹੀ ਆ ਕਿ ਅਸੀਂ ਲੰਬੇ ਸਮੇਂ ਤੋਂ ਜਿਹੜੀਆਂ ਗਲਤੀਆਂ ਕੀਤੀਆਂ ਕੋਈ ਸਾਨੂੰ ਸਿਖਾਉਣ ਵਾਲਾ ਨਹੀਂ ਸੀ, ਇਸ ਤਰੀਕੇ ਨਾਲ ਕੋਈ ਸਮਝਾਉਣ ਵਾਲਾ ਨਹੀਂ ਸੀ। ਪ੍ਰਭੂ ਜੀ ਕਹਿ ਰਹੇ ਕਿ ਤਰੀਕਾ ਜੋ ਤੁਸੀਂ ਦੇਖ ਰਹੇ ਜੀ ਇਹ ਪਵਿੱਤਰ ਆਤਮਾ ਦੀ ਹੀ ਕਿਰਪਾ ਵਾ ਜਿਹੜੀ ਤੁਸੀਂ ਦੇਖ ਰਹੇ ਜੀ। ਪ੍ਰਭੂ ਕਹਿ ਰਹੇ ਕਿ ਮੇਰਾ ਦਾਸ ਘੱਟ ਔਰ ਕਮਜ਼ੋਰ ਹੈ। ਇਹ ਮੇਰਾ ਮਸਾ ਪ੍ਰਭੂ ਜੀ ਕਹਿ ਰਹੇ ਕਿ ਜਿਹੜਾ ਤੁਹਾਨੂੰ ਉਹਦੇ ਉੱਪਰ ਦੇਖ ਰਿਹਾ। ਇਹ ਮੇਰੀ ਗ੍ਰੇਸ ਹੈ ਜਿਹੜੀ ਪ੍ਰਭੂ ਜੀ ਕਹਿ ਰਹੇ ਕਿ ਮੇਰੇ ਦਾਸ ਦੇ ਉੱਪਰ ਹੈ। ਇਹੋ ਗ੍ਰੇਸ ਪ੍ਰਭੂ ਜੀ ਕਹਿ ਰਹੇ ਕਿ ਮੈਂ ਤੁਹਾਡੇ ਉੱਪਰ ਦੇਖਣੀ ਚਾਹੁੰਦਾ ਕਿ ਤੁਸੀਂ ਕਿੰਨੇ ਲੋਕਾਂ ਦੀ ਲਾਈਫ ਨੂੰ ਬਦਲਦੇ ਜੇ, ਕਿੰਨੇ ਲੋਕ ਤੁਹਾਡੇ ਦੁਆਰਾ ਵਚਨ ਸੁਣ ਕੇ ਬਦਲਦੇ ਆ। ਔਰ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਘਰਾਂ 'ਚ ਬੈਠ ਕੇ ਪ੍ਰੇਅਰਾਂ 'ਤੇ ਬੈਠ ਕੇ ਆਪਣੇ ਦਾਸ ਵਾਸਤੇ ਪ੍ਰੇਅਰ ਕਰਨੀ ਹੈ, ਉਹਦੀ ਫੈਮਿਲੀ ਲਈ ਪ੍ਰੇਅਰ ਕਰੋ, ਉਹਦੇ ਹੋਰ ਵੀ ਮਸੇ ਵਾਸਤੇ ਪ੍ਰੇਅਰ ਕਰੋ ਕਿ ਪ੍ਰਭੂ ਸਾਡੇ ਦਾਸ ਨੂੰ ਹੋਰ ਮਸਾ बढ़ाओ, ਹੋਰ ਵੀ ਆਉਣ ਵਾਲੇ ਸਮੇਂ ਦੇ ਭੇਦ ਦਿਓ, ਹੋਰ ਵੀ ਇਹਨਾਂ ਦੁਆਰਾ ਚੰਗਿਆਈਆਂ ਹੀਲਿੰਗ ਡਿਲੀਵਰ ਲੋਕ ਹੋਣ। ਬਹੁਤ ਸਾਰੇ ਭੇਦ ਪ੍ਰਭੂ ਜੀ ਆਪਣੇ ਵਚਨਾਂ ਦੇ ਦਿਓ ਜੋ ਸਾਨੂੰ ਸਿਖਾ ਸਕੇ। ਔਰ ਅਸੀਂ ਦਿਨ ਪ੍ਰਤੀ ਦਿਨ बढ़ते ਜਾਈਏ ਆਤਮਾ ਦੀ ਗਵਾਹੀ ਵਿੱਚ। ਹੋਲੀ ਸਪਿਰਿਟ ਦੀ ਪ੍ਰੈਜ਼ੈਂਸ ਪ੍ਰਭੂ ਜੀ ਕਹਿ ਰਹੇ ਕਿ ਲਗਾਤਾਰ ਦਿਖ ਰਹੀ ਆ ਕਿ ਬੰਦਾ ਮਨ ਦਾ ਮਤੀਆ ਨਹੀਂ ਰਿਹਾ। ਆਮੀਨ। ਅਗਲੀ ਸਾਈਡ ਤੇ ਮੇਰੇ ਜੀ ਸਾਥੀ ਜਦ ਮੈਂ ਪੜ੍ਹਨ ਵਾਸਤੇ ਜਾ ਰਿਹਾ ਇਹਦੀ 16 ਨੰਬਰ ਇੱਥੇ ਲਿਖਿਆ ਤਾਂ ਸਦਰਕ ਮਿਸਕ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੇਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ। ਉਹਨਾਂ ਕੀ ਬੋਲਿਆ? ਵੇਖੋ ਮੇਰੇ ਜੀ ਸਾਥੀ, ਉਹਨਾਂ ਨੂੰ ਮੌਤ ਦਾ ਡਰ ਨਹੀਂ, ਉਹਨਾਂ ਨੂੰ ਭੱਠੀ ਦਾ ਡਰ ਨਹੀਂ ਕਿ ਰਾਜਾ ਸਾਨੂੰ ਕੀ ਕਰੇਗਾ। ਅੱਜ ਲੋਕੀ ਰਾਜੇ ਤੋਂ ਡਰਦੇ ਗੱਲ ਨਹੀਂ ਕਰਦੇ। ਇੱਕ ਪਿੰਡ ਦਾ ਸਰਪੰਚ ਉਹਦੇ ਕੋਲ ਡਰ ਲੱਗਦਾ ਜੀ ਗਲਤ ਬੋਲਦਾ ਸਾਨੂੰ ਫੜਾਣ ਨਾ ਦੇਵੇ। ਪਰ ਬਾਈਬਲ 'ਚ ਲਿਖਿਆ ਕਿ ਇਹਨਾਂ ਨੇ ਕੀ ਬੋਤਾ, ਇਹਨਾਂ ਨੇ ਕੀ ਬੋਲਿਆ ਕਿ ਰਾਜਾ ਅਸੀਂ ਤੇਰੀ ਗੱਲ ਦਾ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ। ਕਿਉਂ? ਇਹਨਾਂ ਦੇ ਅੰਦਰ ਦਲੇਰੀ ਆ, ਇਹਨਾਂ ਦੇ ਅੰਦਰ ਸੰਜਮ ਦਾ ਆਤਮਾ, ਡਰ ਦਾ ਆਤਮਾ ਨਹੀਂ ਹੈ। ਮੇਰੇ ਜੀ ਸਾਥੀ, ਜਦ ਤੁਹਾਨੂੰ ਪਤਾ ਲੱਗੇਗਾ, ਜਦ ਤੁਸੀਂ ਖੜੇ ਹੋਗੇ ਬਾਈਬਲ ਦੇ ਦੁਆਰਾ, ਤੁਹਾਨੂੰ ਦਲੇਰ ਪਵਿੱਤਰ ਆਤਮਾ ਕਰੇਗਾ, ਬਾਈਬਲ ਦਲੇਰ ਕਰੇਗੀ। ਅੱਜ ਬਾਈਬਲ ਨਹੀਂ ਹੈ ਤਾਂ ਅਸੀਂ ਸ਼ੈਤਾਨ ਦੇ ਕੋਲੋਂ ਡਰਦੇ ਕੰਬਦੇ ਆ।
ਜਿਹਦੇ ਕੋਲੋਂ ਡਰਨਾ ਉਹਦੇ ਕੋਲ ਲੋਕ ਡਰ ਨਹੀਂ ਰਹੇ, ਜਿਹਦੇ ਅੱਗੇ ਝੁਕਣਾ ਉਹਦੇ ਗਾੜੀ ਨਹੀਂ ਝੁਕ ਰਹੇ, ਜਿਹਦੇ ਗਾੜੀ ਨਹੀਂ ਬੋਲਣਾ ਉਹਦੇ ਗਾੜੀ ਬੋਲ ਰਹੇ, ਜਿਹਦੇ ਗਾੜੀ ਬੋਲਣਾ ਉਹਦੇ ਗਾੜੀ ਚੁੱਪ ਨੇ। ਕਾਰਨ ਕੀ ਹੈ? ਪਵਿੱਤਰ ਬਾਈਬਲ ਨਹੀਂ ਹੈ। ਗਿਆਨ ਨਾ ਹੋਣ ਕਰਕੇ ਬਾਈਬਲ 'ਚ ਲਿਖਿਆ ਮੇਰੀ ਪ੍ਰਜਾ ਦਾ ਨਾਸ਼ ਹੋ ਰਿਹਾ। ਇਸ ਕਰਕੇ ਮੇਰੇ ਜੀ ਸਾਥੀਓ, ਤੁਸੀਂ ਆਪਣੇ ਆਪਣੀਆਂ ਡਾਇਰੀਆਂ, ਆਪਣੀਆਂ ਬਾਈਬਲਾਂ ਪਕੜ ਕੇ ਰੱਖਿਆ ਕਰੋ, ਔਰ ਦਿਨ ਪ੍ਰਤੀ ਤੇ ਜੋ ਤੁਸੀਂ ਲਗਾਤਾਰ ਪ੍ਰਭੂ ਦੀ ਬਾਣੀ ਨੂੰ ਸੁਣ ਰਹੇ ਜੇ, ਇਸੇ ਤਰ੍ਹਾਂ ਲਗਾਤਾਰ ਤੁਸੀਂ ਵਚਨਾਂ ਨੂੰ ਸੁਣਦੇ ਜਾਓ ਔਰ ਗਾੜੀ ਤੇ ਗਾੜੀ ਵੱਧਦੇ ਜਾਓ, ਔਰ ਦੂਸਰੇ ਲੋਕਾਂ ਲਈ ਆਸ਼ੀਸ਼ ਦਾ ਕਾਰਨ ਬਣੋ। ਪਹਿਲੇ ਆਪ ਬਚੋ, ਫਿਰ ਦੂਸਰਿਆਂ ਲਈ ਆਸ਼ੀਸ਼ ਦਾ ਕਾਰਨ ਬਣੋ। ਆਮੀਨ। ਅਗਲੀ ਸਾਈਡ ਤੇ ਇਹ ਜਗ੍ਹਾ ਤੇ ਹੁਣ ਬਾਈਬਲ ਦੇ ਵਿੱਚ ਲਿਖਿਆ ਨਬੂਕਦਨੇਸਰ ਨੂੰ ਕੀ ਜਵਾਬ ਦਿੱਤਾ ਪ੍ਰਭੂ ਦੇ ਦਾਸਾਂ ਨੇ ਕਿ ਅਸੀਂ ਤੇਰੇ ਲਿਖਿਆ ਨਾ, ਫਿਰ ਮੈਂ ਪੜਾਂਗਾ। ਇੱਥੇ ਲਿਖਿਆ ਤਾਂ ਸਦਰਕ ਮੀਸ਼ਕ ਅਤੇ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੇਸਰ, ਅਸੀਂ ਤੇਰੀਆਂ ਗੱਲਾਂ ਵਿੱਚ ਤੈਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਕਿ ਜੋ ਤੂੰ ਕਹਿਣਾ ਵਾ ਸਾਡਾ ਮੰਨੇਗੇ ਤੈਨੂੰ ਉੱਤਰ ਦੇਈਏ, ਅਸੀਂ ਜ਼ਰੂਰੀ ਨਹੀਂ ਸਮਝਦੇ। ਵੇਖੋ ਉਹਨਾਂ ਦੇ ਅੰਦਰ ਇੱਕ ਦਲੇਰੀ ਹੈ, ਇੱਕ ਸਾਮਰਥ ਖੁਦਾ ਦੀ, ਉਹਨਾਂ ਦੇ ਅੰਦਰ ਡਰ ਨਹੀਂ ਆ, ਕਿਉਂਕਿ ਉਹ ਡਰਦੇ ਨਹੀਂ ਹੈ ਕਿ ਰਾਜਾ ਸਾਨੂੰ ਮਰਵਾ ਦੇਗਾ, ਰਾਜਾ ਸਾਨੂੰ ਅੱਗ 'ਚ ਸੁੱਟ, ਕਿਉਂਕਿ ਰਾਜੇ ਨੇ ਪਹਿਲੇ ਬੋਲ ਦਿੱਤਾ ਕਿ ਜੇ ਤੁਸੀਂ ਮੱਥਾ ਨਾ ਟੇਕਿਆ ਤੇ ਮੈਂ ਤੁਹਾਨੂੰ ਅੱਗ 'ਚ ਸੁੱਟਾਂਗਾ, ਫਿਰ ਵੇਖਾਂਗਾ ਕੌਣ ਹੈ ਜਿਹੜਾ ਤੁਹਾਨੂੰ ਅੱਗ 'ਚੋਂ ਬਚਾ ਸਕੇ। ਮੇਰੇ ਜੀ ਸਾਥੀਓ, ਜੇ ਅੱਜ ਤੁਹਾਡੇ ਤੇ ਇਹੋ ਜਿਹੀ ਵਿਪੱਤੀ ਆ ਜਾਂਦੀ ਹੈ, ਤੁਸੀਂ ਕੀ ਕਰੋਗੇ? ਤੁਸੀਂ ਉਸੇ ਵਕਤ ਇਹ ਵਚਨ ਖੋਲੋਗੇ ਔਰ ਪੜੋਗੇ ਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਸਿਖਾਉਂਦਾ, ਕਿ ਜਿਹੜਾ ਸਦਰਕ ਮੀਸ਼ਕ ਅਬਦਨਗੋ ਨੂੰ ਬਚਾਉਣ ਦੀ ਸਾਮਰਥ, ਪਰ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਚਾਲ ਚੱਲਣ ਸਹੀ ਹੋਣੇ ਚਾਹੀਦੇ, ਉਹਨਾਂ ਤੁਹਾਡਾ ਸੰਬੰਧ ਹੀ ਨਾ ਪ੍ਰਭੂ ਦੇ ਨਾਲ ਸਹੀ ਹੋਏ, ਫਿਰ ਕੋਈ ਉੱਤਰ ਨਹੀਂ ਆਏਗਾ। ਕਿਉਂਕਿ ਉੱਤਰ ਤੋਂ ਪਹਿਲਾਂ ਤੁਹਾਨੂੰ ਪ੍ਰਭੂ ਦੇ ਨਾਲ ਸੰਬੰਧ ਦੀ ਲੋੜ ਹੈ। ਪ੍ਰੀਖਿਆਵਾਂ ਆਉਣਗੀਆਂ, ਬਹੁਤ ਸਾਰੇ ਪ੍ਰੋਬਲਮ ਆਉਣਗੀਆਂ, ਪਰ ਮੈਂ ਤੁਹਾਨੂੰ ਕਹਿੰਦਾ ਕਿ ਸਦਰਕ ਮੀਸ਼ਕ ਅਬਦਨਗੋ ਦਾ ਪਰਮੇਸ਼ਰ ਤੁਹਾਨੂੰ ਹਰ ਇੱਕ ਬਚਾਉਣ ਦੀ ਸਾਮਰਥ ਰੱਖਦਾ ਹੈ। ਆਮੀਨ। ਅਗਲੀ ਸਾਈਡ ਤੇ ਮੈਂ ਪੜਾਂਗਾ। ਗਾੜੀ ਲਿਖਿਆ ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਪੱਟੀ ਤੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ, ਅਤੇ ਹੇ ਮਹਾਰਾਜ ਜੀ, ਉਹ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਆਮੀਨ। ਹੁਣ ਇਹ ਜਗ੍ਹਾ ਤੇ ਕੀ ਪੜਿਆ? ਦੱਸਾਂ ਕਿ ਉਹਨਾਂ ਨੇ ਕੀ ਬੋਲਿਆ? ਉਹਨਾਂ ਨੇ ਬੋਲਿਆ ਕਿ ਜਿਸ ਪਰਮੇਸ਼ਰ ਦੀ ਸੇਵਾ ਕਰਦੇ ਆ, ਉਹ ਸਾਨੂੰ ਅੱਗ ਵਿੱਚੋਂ ਬਚਾਉਣ ਦੀ ਸਾਮਰਥ ਰੱਖਦਾ, ਸ਼ਕਤੀ ਰੱਖਦਾ, ਤੇ ਰਾਜਾ ਤੇਰੇ ਹੱਥ ਤੋਂ ਵੀ ਤੁਹਾਨੂੰ ਬਚਾਉਣ ਦੀ ਸ਼ਕਤੀ ਰੱਖਦਾ। ਦੇਖੋ ਕਿੰਨਾ ਵਿਸ਼ਵਾਸ। ਸਾਡੇ ਤੇ ਮਾੜੀ ਜਿਹੀ ਮੁਸੀਬਤ ਆ ਜਾਂਦੀ, ਡੋਲ ਜਾਂਦੇ ਉਸ ਵੇਲੇ। ਸ਼ੈਤਾਨ ਮਾੜਾ ਜਿਹਾ ਜਨਾਨੀ ਦੇ ਸਿਰ ਤੇ ਆਣ ਕੇ ਕੱਢਣ ਡਿਆ ਪਿਆ, ਮੈਨੂੰ ਮੰਨੋ, ਮੇਰੇ ਚਿਰਾਗ ਲਾਓ, ਮੈਨੂੰ ਏਦਾਂ ਕਰੋ। ਮੇਰੇ ਜੀ ਸਾਥੀਓ, ਇਹੋ ਗੱਲਾਂ ਤੁਹਾਨੂੰ ਸਟਰੋਂਗ ਕਰਨਗੀਆਂ। ਇਹ ਝੂਠਾ ਵਾ, ਪਤੰਦਰ ਝੂਠਾਂ ਦਾ, ਇਹਦੀ ਗੱਲ ਨਹੀਂ ਮੰਨਣੀ। ਤੇ ਸਿਰਫ ਆਪਣੇ ਹੋਲੀ ਸਪਿਰਿਟ ਪਿਤਾ ਨੂੰ ਮੰਨੋ, ਉਹੀ ਪਰਮੇਸ਼ਵਰ ਆ, ਉਹੀ ਸਾਨੂੰ ਜਿਉਂਦਿਆਂ ਦੀ ਧਰਤੀ ਤੇ ਜਿਉਂਦਾ ਰੱਖ ਰਿਹਾ। ਕਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ। ਕਰੋਨਾ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਲੋਕ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਨਹੀਂ, ਜਿਹੜੇ ਬਾਈਬਲ ਨਹੀਂ ਪੜ੍ਹਦੇ, ਜਿਹੜੇ ਪ੍ਰਾਰਥਨਾ ਨਹੀਂ ਕਰਦੇ। ਔਰ ਮੇਰੇ ਜੀ ਸਾਥੀਓ, ਬੰਦਗੀ ਵਿੱਚ ਬਣੇ ਰਹੋ, ਆਤਮਾ ਵਿੱਚ ਸਰਗਰਮ ਰਹੋ, ਉੱਚ ਔਰ ਨੀਚ ਦੀਆਂ ਗੱਲਾਂ ਛੱਡ ਕੇ ਔਰ ਨੀਵਿਆਂ ਨਾਲ ਮਿਲੇ ਰਹੋ। ਆਮੀਨ। ਅਗਲੀ ਸਾਈਡ ਤੇ ਅੱਗੇ ਲਿਖਿਆ, ਤਦ ਨਬੂਕਦਨੇਸਰ ਨੇ ਆਪਣੇ ਆਪ ਵਿੱਚ ਤਾਉ ਖਾਧਾ ਅਤੇ ਆਪਣੇ ਮੂੰਹ ਤੇ ਦਾ ਰੰਗ ਸਦਰਕ ਮੀਸ਼ਕ ਅਬਦਨਗੋ ਤੇ ਬਦਲ ਗਿਆ। ਦੱਸਿਆ ਕਿ ਉਹਨੇ ਜਦੋਂ ਤਾਉ ਖਾਧਾ, ਉਹਨੇ ਬਹੁਤ ਜ਼ਿਆਦਾ ਗੁੱਸਾ ਆਇਆ, ਤੇ ਦੱਸਿਆ ਕਿ ਉਹਦੇ ਮੂੰਹ ਦਾ ਰੰਗ ਬਦਲ ਗਿਆ। ਤਾਂ ਉਹਨੇ ਹੁਕਮ ਦਿੱਤਾ ਇਹ ਪੱਟੀ ਨੂੰ ਦਸਤੂਰ ਨਾਲੋਂ 7 ਗੁਣਾ ਹੋਰ ਤਾ ਦਿਓ। ਦੱਸਾਂ ਕਿ ਰਾਜੇ ਨੇ ਕੀ ਹੁਕਮ ਦਿੱਤਾ ਕਿ ਦਸਤੂਰ ਦੇ ਮੁਤਾਬਕ ਇਸ ਪੱਟੀ ਨੂੰ 7 ਗੁਣਾ ਹੋਰ ਵਧਾਓ। ਗੁੱਸਾ ਆ ਗਿਆ ਕਿ ਇਹਨਾਂ ਬੰਦਿਆਂ ਦੀ, ਇਹਨਾਂ ਮੇਰੀ ਤੋਹੀਨ ਕੀਤੀ ਹੈ, ਇਹਨਾਂ ਮੇਰੀ ਗੱਲ ਨਹੀਂ ਮੰਨਿਆ। ਪਰ ਮੇਰੇ ਜੀ ਸਾਥੀਓ, ਉਹਨਾਂ ਕਿਉਂ ਨਹੀਂ ਮੰਨਿਆ? ਕਿਉਂਕਿ ਪਵਿੱਤਰ ਬਾਈਬਲ ਨੂੰ ਜਾਣਦੇ ਸੀ। ਉਹ ਦੈਨੀਏਲ ਦੇ ਚੇਲੇ ਸੀ, ਔਰ ਦੈਨੀਏਲ ਨੇ ਉਹਨਾਂ ਨੂੰ ਸਿਖਾਇਆ ਸੀ। ਜਿਸ ਤਰ੍ਹਾਂ ਤੁਸੀਂ ਅੱਜ ਪ੍ਰਭੂ ਦੇ ਦਾਸ ਕੋ ਸਿੱਖ ਰਹੇ ਜੀ, ਅੱਜ ਤੁਹਾਡੇ ਤੇ ਕੋਈ ਪ੍ਰੋਬਲਮ ਆ ਜਾਏਗੀ, ਤੁਸੀਂ ਚੇਤਾ ਕਰਨਾ ਕਿ ਸਾਡੇ ਦਾਸ ਨੇ ਸਾਨੂੰ ਕਿਹੜੀ ਬਾਣੀ ਸਿਖਾਈ ਆ, ਕਿਹੜੇ ਬਾਈਬਲ ਦੇ ਵਚਨ ਸਿਖਾਏ ਆ। ਫਿਰ ਜਦ ਤੁਸੀਂ ਉਸ ਸਮੇਂ ਆਪਣੇ ਇਸ ਵਚਨ ਨੂੰ ਲੈ ਕੇ ਪਕੜ ਕੇ ਪ੍ਰੇਰਾਂ ਸ਼ੁਰੂ ਕਰੋਗੇ, ਉਸ ਪ੍ਰੋਬਲਮ ਦੇ ਵਿੱਚ ਪਰਮੇਸ਼ਰ ਤੁਹਾਨੂੰ ਬਚਾਵੇਗਾ। ਪਰਮੇਸ਼ਰ ਤੁਹਾਡੇ ਲਈ ਹਰ ਇੱਕ ਰਸਤੇ ਨੂੰ ਖੋਲੇਗਾ, ਪਰ ਖੋਲੇਗਾ ਜੇ ਤੁਸੀਂ ਪਵਿੱਤਰ ਬਾਈਬਲ ਨੂੰ ਧਿਆਨ ਦੇ ਕੇ ਸੁਣਿਆਗਾ। ਅੱਜ ਬਹੁਤ ਸਾਰੇ ਲੋਕ ਵਚਨ ਸੁਣਦੇ ਆ, ਪਰ ਉਹ ਧਿਆਨ ਦੇ ਕੇ ਨਹੀਂ ਸੁਣਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵਚਨ ਕੀ ਹੈ, ਵਚਨ ਦੀ ਅਹਿਮੀਅਤ ਕੀ ਹੈ, ਵਚਨ ਕਾਹਦੇ ਲਈ ਆ। ਵਚਨ ਸਾਨੂੰ ਬਣਾਉਣ ਵਾਸਤੇ, ਵਚਨ ਸਾਨੂੰ ਬਦਲਣ ਵਾਸਤੇ, ਵਚਨ ਸਾਡੀ ਸਟੋਰੀ ਚੇਂਜ ਕਰਨ ਵਾਸਤੇ। ਅੱਜ ਸਾਡੀਆਂ ਸਟੋਰੀਆਂ ਚੇਂਜ ਹੋਣਗੀਆਂ। ਜਿਹੜੇ ਲੋਕ
ਅੱਜ ਤੁਸੀਂ ਪਵਿੱਤਰ ਬਾਈਬਲ ਪੜ੍ਹਦੇ ਜੇ, ਉਸ ਵਚਨ ਨੂੰ ਧਿਆਨ ਦੇ ਕੇ ਪੜ੍ਹਨਾ। ਉਸ ਵਚਨ ਤੋਂ ਅੱਜ ਸਾਨੂੰ ਸਿੱਖਿਆ ਕੀ ਮਿਲੀ ਆ, ਕਿ ਨਬੂਦਿਕ ਨਜ਼ਰ ਤੋਂ ਕੀ ਸਿੱਖਿਆ ਮਿਲੀ ਆ, ਕਿ ਕੋਈ ਵੀ ਸ਼ੈਤਾਨੀ ਬੰਦਾ ਸਾਨੂੰ ਕਹੇ ਮੱਥਾ ਟੇਕੋ, ਅਸੀਂ ਆਪਣੇ ਪ੍ਰਭੂ ਨੂੰ ਛੱਡ ਕੇ ਕਦੀ ਵੀ ਦੂਸਰੇ ਬੰਦੇ ਨੂੰ ਮੱਥਾ ਨਹੀਂ ਟੇਕਾਂਗੇ। ਆਮੀਨ। ਇਸ ਕਾ ਵਧਿਆ ਅਗਲੀ ਸਾਈਡ। ਅਤੇ ਉਹਨੇ ਆਪਣੀਆਂ ਫੌਜਾਂ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸਦਰਕ ਮਿਸ਼ਕ ਅਬਦਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ। ਹੁਣ ਇੱਥੇ ਕੀ ਲਿਖਿਆ, ਰਾਜੇ ਨੇ ਆਪਣੇ ਤਗੜੇ ਬੰਦੇ, ਪਹਿਲਵਾਨ, ਜਿਹੜੇ ਤਾਕਤਵਰ ਬੰਦੇ ਕੱਢੇ ਕਿ ਇਹਨਾਂ ਤਿੰਨਾਂ ਬੰਦਿਆਂ ਨੂੰ ਬੰਨ੍ਹ ਕੇ ਤੇ ਬਲਦੀ ਹੋਈ ਭੱਠੀ ਦੇ ਵਿੱਚ ਕੀ ਕਰ ਦੋ, ਸੁੱਟ ਦੋ। ਵੇਖੋ ਮੇਰੇ ਜੀ ਸਾਥੀਓ, ਇਹ ਬਲਦੀ ਭੱਠੀ ਵਿੱਚ ਵੀ ਜਾ ਰਹੇ ਤਾਂ ਵੀ ਇਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਹੈ, ਕਿਉਂਕਿ ਪ੍ਰਭੂ ਇਹਨਾਂ ਦੇ ਨਾਲ ਆ। ਇਹਨਾਂ ਦੇ ਅੰਦਰ ਇੱਕ ਦਲੇਰੀ ਹੈ, ਇੱਕ ਦਲੇਰੀ ਇਹਨਾਂ ਦੇ ਅੰਦਰ। ਅੱਜ ਮੇਰੇ ਜੀ ਸਾਥੀਓ, ਅੱਜ ਦਾ ਵਚਨ ਵੇਖੋ ਮੈਨੂੰ ਕਿੰਨਾ ਦਲੇਰ ਕਰ ਰਿਹਾ। ਤੁਸੀਂ ਕਿੰਨੇ ਦਲੇਰ ਹੋਏ? ਸ਼ੈਤਾਨ ਦੀਆਂ ਧੱਜੀਆਂ ਉੱਡ ਰਹੀਆਂ ਵਾ, ਸ਼ੈਤਾਨ ਰੋ ਰਿਹਾ ਵਾ ਕਿ ਲੋਕ ਦਲੇਰ ਹੋ ਰਹੇ ਨੇ। ਲੋਕਾਂ ਨੂੰ ਸਮਝ ਲੱਗ ਰਹੀ ਹੈ ਕਿ ਪਵਿੱਤਰ ਬਾਈਬਲ 'ਚ ਕੀ ਲਿਖਿਆ ਤੇ ਲੋਕ ਕੀ ਕਰ ਰਹੇ ਨੇ, ਤੇ ਲੋਕਾਂ ਨੇ ਕਰਨਾ ਕੀ ਚਾਹੀਦਾ ਵਾ। ਮੇਰੇ ਜੀ ਸਾਥੀਓ, ਕਿਸੇ ਦੀ ਗੱਲ ਨਾ ਦੇਖੋ, ਬਾਈਬਲ ਪੜ੍ਹੋ। ਜਿੰਨੇ ਵੀ ਮੇਰੇ ਜੀ ਸਾਥੀ, ਮੇਰੀ ਕਲੀਸਿਆ 'ਚ ਬਹੁਤ ਸਾਰੇ ਲੋਕ ਜਿਹੜੇ ਵੀਡੀਓ ਨਹੀਂ ਦੇਖਦੇ, ਨਾ ਵੀਡੀਓ ਨੂੰ ਸਹੀ ਤਰੀਕੇ ਨਾਲ ਦੇਖਦੇ ਆ। ਗੰਦੇ ਪੰਜਾਬੀ ਗਾਣੇ ਸੁਣੋਗੇ ਤੁਹਾਨੂੰ ਕੁਝ ਨਹੀਂ ਲੱਭਣਾ, ਪਵਿੱਤਰ ਬਾਈਬਲ ਸੁਣੋਗੇ ਤੁਹਾਨੂੰ ਜ਼ਿੰਦਗੀ ਜੀਣ ਦੇ ਬਾਰੇ ਪਤਾ ਲੱਗੇਗਾ। ਤੁਹਾਨੂੰ ਆਰਾਮ, ਰਾਤ ਨੂੰ ਆਰਾਮ, ਮਿੱਠੀ ਨੀਂਦ ਆਏਗੀ। ਔਰ ਦਿਨ ਪ੍ਰਤੀ ਦਿਨ ਜਿਹੜੇ ਤੁਸੀਂ ਡਰਦੇ ਰਹਿੰਦੇ ਨਾ, ਘਬਰਾਉਂਦੇ ਰਹਿੰਦੇ ਜੇ, ਤੁਹਾਡੇ ਅੰਦਰ ਇੱਕ ਦਲੇਰੀ ਦਾ ਮਸਾ ਤੁਹਾਡੇ ਬਣੇਗਾ। ਤੁਸੀਂ ਹਰ ਇੱਕ ਚਿੰਤਾ ਨੂੰ ਛੱਡ ਕੇ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰੋਗੇ। ਇਸ ਕਰਕੇ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਬਾਈਬਲ ਨੂੰ ਪੜ੍ਹਨਾ ਤੇ ਉਹਨੂੰ ਸਮਝਣਾ। ਜਿਹੜੇ ਲੋਕ ਬਾਈਬਲ ਪੜ੍ਹਨਗੇ ਔਰ ਸਮਝਣਗੇ, ਮੈਂ ਕਿਹਾ ਉਹ ਸੇਮ ਨਹੀਂ ਰਹਿਣਗੇ। ਇਹ ਸਾਡੇ ਜੀਵਨ ਨੂੰ ਬਲੈਸਡ ਕਰਨ ਵਾਲਾ ਵਚਨ, ਜਿਹੜਾ ਤੁਸੀਂ ਸਪੈਸ਼ਲ ਵਚਨ, ਇਹ ਮੇਰਾ ਸਪੈਸ਼ਲ ਮੈਸੇਜ ਅੱਜ ਜਿਹੜਾ ਮੈਂ ਪਾਇਆ, ਕਿ 2 ਦਿਨ ਪਹਿਲੇ ਹੋਲੀ ਸਪਿਰਿਟ ਨੇ ਮੈਨੂੰ ਬੋਲਿਆ ਕਿ ਵਚਨ ਬੋਲ। ਇਹ ਉਹਦੀ ਮਰਜ਼ੀ, ਮੇਰੇ ਪਿਤਾ ਦੀ। ਕਿਉਂ ਬੋਲਦਾ ਬਾਰ-ਬਾਰ? ਕਿ ਮੇਰੇ ਲੋਕ ਜਿਹੜੇ ਡਰਦੇ ਨੇ, ਡਰਪੋਕ ਨੇ, ਉਹ ਦਲੇਰ ਹੋਣ, ਕਿ ਜੋ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀ ਵਿਪੱਤੀਆਂ ਸਾਡੀ ਉੱਪਰ ਆਉਣਗੀਆਂ, ਪਰ ਸਾਨੂੰ ਇਹ ਵਚਨ ਸਟਰੋਂਗ ਕਰੇਗਾ। ਹੁਣ ਬਾਈਬਲ ਦੇ ਵਿੱਚ ਕੀ ਲਿਖਿਆ ਕਿ ਦੈਨੀਅਲ, ਜਿਹੜੇ ਸਦਰਕ ਮਿਸ਼ਕ ਅਬਦਨਗੋ ਦੈਨੀਅਲ ਦੇ ਚੇਲੇ ਆ ਤਿੰਨੇ, ਇਹਨਾਂ ਨੂੰ ਬਹੁਤ ਜ਼ਬਰਦਸਤ ਸਟੱਡੀ ਦਿੱਤੀ ਗਈ ਹੈ ਔਰ ਜ਼ਬਰਦਸਤ ਸਿਖਾਇਆ ਗਿਆ। ਮੇਰੇ ਜੀ ਸਾਥੀ ਵੇਖੋ ਕਿੰਨੀ ਤੁਸੀਂ ਦੇਖ ਰਹੇ ਆਪਣੇ ਦਾਸ, ਤੁਹਾਡਾ ਦਾਸ ਤੁਹਾਡੇ ਲਈ ਮਿਹਨਤ ਕਰਦਾ, ਦਿਨ ਰਾਤ ਵਚਨ ਤਿਆਰ ਕਰਦਾ, ਕਿ ਆਪਣੀ ਕਲੀਸਿਆ ਨੂੰ, ਆਪਣੇ ਵਲੰਟੀਅਰ ਨੂੰ, ਹਰ ਇੱਕ ਤਰ੍ਹਾਂ ਦੇ ਬੰਦੇ ਨੂੰ, ਚਾਹੇ ਉਹ ਮੇਰੇ ਚਰਚ ਵਿੱਚ ਨਹੀਂ ਹੈ, ਮੈਂ ਕਹਿੰਦਾ ਕਿ ਉਹ ਵੀ ਸੁਣ ਤੋਂ ਉਹਨਾਂ ਦੇ ਜੀਵਨ 'ਚ ਵੀ ਮਜ਼ਬੂਤੀ ਆਵੇ। ਕਿਉਂਕਿ ਸਿਰਫ ਇਹ ਨਹੀਂ ਕਿ ਸਾਡੇ ਚਰਚ ਵਾਲੇ ਲੋਕ ਹੀ ਸਿੱਖਣ, ਕੋਈ ਵੀ ਚਰਚ ਵਾਲਾ ਜਿਹੜਾ ਵੀ ਵਚਨ ਨੂੰ ਸੁਣਦਾ, ਮੈਂ ਕਿਹਾ ਉਹਨੂੰ ਦਲੇਰ ਹੋਣ ਦੀ ਲੋੜ ਹੈ। ਕਿ ਡਰੋ ਨਾ, ਡਰੋ ਮਤ, ਚੁੱਪਚਾਪ ਖੜੇ ਰਹੋ, ਖੁਦਾ ਕੀ ਨਜ਼ਾਤ ਕੇ ਕਾਮ ਦੇਖੋ। ਹੁਣ ਇਹ ਜਗ੍ਹਾ ਤੇ ਪ੍ਰੋਬਲਮ ਜਿਹੜੀ ਪੈ ਚੁੱਕੀ ਆ, ਹੁਣ ਅੱਜ ਮੰਨ ਲਓ ਸਾਨੂੰ ਪ੍ਰੋਬਲਮ ਪੈ ਰਹੀ, ਸਾਨੂੰ 7 ਗੁਣਾ ਭੱਠੀ ਦੇ ਵਿੱਚ ਘੱਲ ਦੇਣਾ, ਅਸੀਂ ਡਰ ਜਾਣਾ ਉਸੇ ਵੇਲੇ। ਪਰ ਮੇਰੇ ਜੀ ਸਾਥੀਓ, ਬਲਦੀ ਭੱਠੀ ਵੀ ਠੰਡੀ ਸੀਤ ਕਰਦੀ ਪਰਮੇਸ਼ਵਰ ਨੇ। ਭਜਨ ਗਾਉਂਦੇ ਨੇ ਅਸੀਂ ਬੜੀ ਦੇਰ ਪਹਿਲੇ, ਰੱਖਿਆ ਮਾਨ ਜਿੰਨਾ ਸੱਚੇ ਰੱਬ ਤੇ, ਚੱਲ ਲੈਂਦੇ ਦੁੱਖ ਨੇ ਹਜ਼ਾਰਾਂ ਜੱਗ ਦੇ। ਮੇਰੇ ਜੀ ਸਾਥੀਓ, ਜੇ ਤੁਸੀਂ ਸੱਚਾ ਮਾਨ ਰੱਬ ਤੇ ਰੱਖਿਆ ਤੇ ਜਿਹੜੇ ਜੱਗ ਆ, ਇਹਦੇ ਵਿੱਚ ਬਹੁਤ ਸਾਰੇ ਦੁੱਖ ਤੁਹਾਨੂੰ ਆਉਣੇ ਆ। ਹੁਣ ਸਦਰਕ ਮਿਸ਼ਕ ਅਬਦਨਗੋ ਤੇ ਕਿੱਡਾ ਵੱਡਾ ਦੁੱਖ ਆ ਗਿਆ, ਡਰ ਰਹੇ। ਉਹਨਾਂ ਦੇ ਅੰਦਰ ਡਰ ਨਹੀਂ ਆ, ਪਰ ਉਹਨਾਂ ਦੇ ਅੰਦਰ ਖੁਦਾ ਦਾ ਮਸਾ, ਉਹਨਾਂ ਨੂੰ ਵਿਸ਼ਵਾਸ ਸੀ ਕਿ ਜਿਹੜੇ ਪ੍ਰਭੂ ਦੀ ਭਗਤੀ ਕਰਦੇ ਆ ਉਹ ਸਾਨੂੰ ਬਚਾਵੇਗਾ। ਤੇ ਮੇਰੇ ਜੀ ਸਾਥੀਓ, ਜੇ ਤੁਹਾਨੂੰ